ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਆਪ ਜੀ ਸਰਵਨ ਕਰਦੇ ਆ ਰਹੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋ ਮਿਸ਼ਨ ਹੈ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾ। ਹਰ ਇੱਕ ਘਰ ਨੂੰ ਪਰਮੇਸ਼ਵਰ ਦੇ ਨਾਮ ਰੰਗ ਦੇ ਵਿੱਚ ਰੰਗਣਾ। ਘਰ ਦਾ ਮਤਲਬ ਇਹ ਜੋ ਸਾਡਾ ਸਰੀਰ ਹੈ, ਇਸ ਸਰੀਰ ਦੇ ਅੰਦਰ ਜੋ ਜਿੰਦ ਹੈ, ਉਸ ਜਿੰਦ ਨੂੰ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਣਾ ਹੈ। ਹਰ ਘਰ ਨੂੰ ਧਰਮਸਾਲ ਬਣਾਉਣਾ ਹੈ, ਬਿਨਾਂ ਕਿਸੇ ਵਿਤਕਰੇ ਦੇ, ਬਿਨਾਂ ਕਿਸੇ ਜਾਤ ਪਾਤ ਦੇ, ਬਿਨਾਂ ਕਿਸੇ ਗਰੀਬੀ ਅਮੀਰੀ ਦੇ, ਕੇਵਲ ਇੱਕ ਇਨਸਾਨੀਅਤ ਦੇ ਤੌਰ 'ਤੇ। ਗੁਰੂ ਮਹਾਰਾਜ ਜੀ ਵੱਖ-ਵੱਖ ਇਲਾਕਿਆਂ ਦੇ ਵਿੱਚ ਵਿਚਰਦੇ ਨੇ, ਵੱਖਰੇ ਵੱਖਰੇ ਇਲਾਕਿਆਂ ਵਿੱਚੋਂ ਵਿਚਰ ਕੇ ਇੱਕੋ ਹੀ ਉਪਦੇਸ਼ ਦਿੰਦੇ ਨੇ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇੱਕ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੋ, ਇਹਦੇ ਨਾਲ ਹੀ ਤੁਹਾਡੇ ਕਾਰਜ ਰਸ ਹੋਣੇ ਆ। ਕਰਮਕਾਂਡ ਵਹਿਮ ਭਰਮ ਦੇ ਨਾਲ ਇਹ ਦੁਨੀਆ ਭਰੀ ਪਈ ਹੈ। ਸਤਿਗੁਰੂ ਮਹਾਰਾਜ ਜੀ ਨੇ ਮਨ ਵਿੱਚੋਂ ਦੀ ਵਹਿਮ ਭਰਮ ਕਰਮਕਾਂਡ ਨੂੰ ਮੁਕਾ ਕੇ ਪਰਮੇਸ਼ਵਰ ਦੀ ਬੰਦਗੀ ਦੇ ਵੱਲ ਪ੍ਰੇਰਿਤ ਕੀਤਾ ਹੈ। ਜਦੋਂ ਅਸੀਂ ਗੁਰੂ ਸਾਹਿਬ ਜੀ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਵਾਂਗੇ ਤੇ ਮਹਾਰਾਜ ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦੜਾਇਆ। ਮੰਤਰ ਦਾ ਅਰਥ ਹੈ ਉਪਦੇਸ਼। ਗੁਰੂ ਸਾਹਿਬ ਜੀ ਦਾ ਦਿੱਤਾ ਉਪਦੇਸ਼ ਜਦੋਂ ਸਾਡੇ ਮਨਾਂ ਵਿੱਚ ਵਸ ਜਾਏਗਾ, ਸਾਡੇ ਘਰ ਦੇ ਅੰਦਰ ਵੀ ਸੁੱਖ ਹੈ, ਸਾਡੇ ਘਰ ਦੇ ਬਾਹਰ ਵੀ ਸੁੱਖ ਹੈ। ਸਤਿਗੁਰੂ ਮਹਾਰਾਜ ਜੀ ਇਹੀ ਉਪਦੇਸ਼ ਦੇਣ ਵਾਸਤੇ ਅੱਜ ਕੁਰੂਕਸ਼ੇਤਰ ਪਹੁੰਚੇ ਨੇ, ਜਿੱਥੇ ਸੂਰਜ ਦੇ ਨਾਮ ਦੇ ਉੱਪਰ ਲੋਕਾਂ ਨੂੰ ਇਹ ਗੱਲ ਆਖੀ ਹੈ ਕਿ ਅੱਜ ਸੂਰਜ ਗ੍ਰਹਿਣ ਹੈ ਤੇ ਕੋਈ ਚੁੱਲ੍ਹਾ ਨਹੀਂ ਬਾਲੇਗਾ, ਕੋਈ ਭੋਜਨ ਨਹੀਂ ਤਿਆਰ ਕਰੇਗਾ। ਸਤਿਗੁਰੂ ਮਹਾਰਾਜ ਜੀ ਇਸ ਭਰਮ ਦੇ ਵਿੱਚੋਂ ਦੀ ਕੱਢਣ ਵਾਸਤੇ ਇਸ ਇਲਾਕੇ ਵਿੱਚ ਪਹੁੰਚੇ। ਭਾਈ ਮਰਦਾਨਾ ਜੀ ਨੇ ਰਬਾਬ ਦੇ ਨਾਲ ਸ਼ਬਦ ਗਾਇਨ ਕੀਤਾ। ਇਸ ਇਲਾਕੇ ਦੀ ਜਿਹੜੀ ਰਾਣੀ ਹੈ ਉਹ ਆਪਣੇ ਪੁੱਤਰ ਨੂੰ ਲੈ ਕੇ ਗੁਰੂ ਸਾਹਿਬ ਕੋਲ ਪਹੁੰਚੀ। ਇੱਥੋਂ ਦਾ ਜਿਹੜਾ ਰਾਜਾ ਹੈ ਉਹ ਵੀ ਪਹੁੰਚਿਆ ਔਰ ਬੇਨਤੀ ਕੀਤੀ ਕਿ ਇੱਥੋਂ ਦੇ ਲੋਕ ਜਿਹੜੇ ਸਾਡੇ ਵਿਰੋਧੀ ਨੇ, ਸਾਡੇ ਦੁਸ਼ਮਣ ਨੇ, ਉਹਨਾਂ ਨੇ ਸਾਡਾ ਰਾਜ ਭਾਗ ਖੋਹ ਲਿਆ। ਇੱਕ ਬਿੱਧ ਸੀ ਗੁਰੂ ਸਾਹਿਬ ਮਹਾਰਾਜ ਜੀ ਨੇ ਬਣਾਈ ਕਿ ਜਿਹਦੇ ਨਾਲ ਜੋ ਵਹਿਮ ਭਰਮ ਦੇ ਵਿੱਚ ਪਾਉਣ ਵਾਲੇ ਲੋਕ ਨੇ ਉਹ ਆਪ ਚੱਲ ਕੇ ਗੁਰੂ ਸਾਹਿਬ ਕੋਲ ਆਉਣ। ਇੱਕ ਗੱਲ ਦਾ ਧਿਆਨ ਵਿੱਚ ਰੱਖਿਓ, ਗੁਰੂ ਸਾਹਿਬ ਨੇ ਜੁਗਤੀ ਐਸੀ ਵਰਤੀ ਹੈ ਕਿ ਕਿਸੇ ਨੂੰ ਸਮਝਾਉਣਾ ਹੋਵੇ ਨਾ ਤੇ ਉਹਨੂੰ ਸਵਾਲ ਨਹੀਂ ਕੀਤਾ, ਕਿਉਂਕਿ ਕਿਸੇ ਨੂੰ ਸਮਝਾਓਗੇ ਉਹ ਉਲਟਾ ਗਲ ਪੈ ਜਾਏਗਾ ਵੀ ਤੂੰ ਮੈਨੂੰ ਸਮਝਾਉਣ ਵਾਲਾ ਕੌਣ ਹੁੰਦਾ ਹੈ। ਸਤਿਗੁਰੂ ਜੀ ਨੇ ਨੀਤੀ ਐਸੀ ਵਰਤੀ ਹੈ ਕਿ ਖੇਡ ਹੀ ਐਸੀ ਬਣਾ ਦਿੱਤੀ ਕਿ ਜਿਹਨੂੰ ਸਵਾਲ ਕਰਨਾ ਹੈ ਉਹ ਆਪ ਆ ਕੇ ਗੁਰੂ ਸਾਹਿਬ ਜੀ ਨੂੰ ਸਵਾਲ ਕਰਦਾ ਹੈ ਤੇ ਸਤਿਗੁਰੂ ਜੀ ਉਹਦੇ ਹੀ ਸਵਾਲ ਦਾ ਜਵਾਬ ਆਪਣੇ ਤਰੀਕੇ ਦੇ ਨਾਲ ਦਿੰਦੇ ਆ। ਹੁਣ ਜੇ ਮਹਾਰਾਜ ਸਿੱਧਾ ਹੀ ਜਾ ਕੇ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਸੂਰਜ ਨੂੰ ਸੂਰਜ ਗ੍ਰਹਿਣ ਦੇ ਨਾਮ ਤੇ ਇਹ ਜੋ ਤੁਸੀਂ ਵਰਤ ਰੱਖ ਕੇ ਬੈਠੇ ਹੋ, ਅੰਨ ਛੱਡ ਕੇ ਬੈਠੇ ਹੋ, ਇਹਦੇ ਨਾਲ ਪਰਮੇਸ਼ਵਰ ਦੀ ਬਖਸ਼ਿਸ਼ ਨਹੀਂ ਮਿਲਣੀ, ਹੋ ਸਕਦਾ ਹੈ ਉਹ ਵਿਰੋਧ ਕਰਦੇ। ਪਰ ਗੁਰੂ ਸਾਹਿਬ ਜੀ ਨੇ ਐਸੀ ਵਿਧ ਬਣਾਈ ਕਿ ਉਹ ਲੋਕ ਆਪ ਚੱਲ ਕੇ ਗੁਰੂ ਸਾਹਿਬ ਕੋਲ ਆਉਣਗੇ। ਕਵੀ ਜੀ ਜ਼ਿਕਰ ਕਰਦੇ ਨੇ ਕਿ ਜਦੋਂ ਉਹਨਾਂ ਨੇ ਆਖਿਆ ਵੀ ਮਹਾਰਾਜ ਤੁਸੀਂ ਰੱਬ ਦੇ ਪਿਆਰੇ, ਰੱਬ ਦੇ ਫਕੀਰ ਲੱਗਦੇ ਹੋ ਤੇ ਸਾਡੇ ਤੇ ਕਿਰਪਾ ਕਰੋ, ਇਹ ਰਾਜ ਭਾਗ ਕਿਵੇਂ ਮਿਲੇ, ਤਾਂ ਗੁਰੂ ਸਾਹਿਬ ਉਸ ਵੇਲੇ ਫਿਰ ਉਹਨਾਂ ਨੂੰ ਇਹ ਗੱਲ ਆਖਦੇ ਨੇ ਜੋ ਕਵੀ ਸੰਤੋਖ ਸਿੰਘ ਜੀ ਇਤਿਹਾਸ ਵਿੱਚ ਜ਼ਿਕਰ ਕਰ ਰਹੇ ਹਨ। ਸੁਨਤ ਹੈ ਸੋ ਕਹਿ ਗੁਰੂ ਕਿਰਪਾਲਾ। ਜਦੋਂ ਇਹਨਾਂ ਦੀ ਫਰਿਆਦ ਸੁਣੀ ਤੇ ਸੁਣਦਿਆਂ ਸਾਰ ਕਿਰਪਾਲਾ, ਕਿਰਪਾ ਦੇ ਘਰ ਵਿੱਚ ਰਹਿਣ ਵਾਲੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ, ਬ੍ਰਹਮ ਭੋਜ ਤੁਮ ਕਰੋ ਵਿਸਾਲਾ। ਮਹਾਰਾਜ ਜੀ ਕਹਿੰਦੇ ਨੇ ਤੁਸੀਂ ਭੋਜਨ ਜਿਹੜਾ ਉਹ ਤਿਆਰ ਕਰੋ ਔਰ ਭੋਜਨ ਜਿਹੜਾ ਉਹ ਤਿਆਰ ਜਦੋਂ ਤੁਸੀਂ ਕਰੋਗੇ ਉਹਨੂੰ ਵਰਤਾਓ, ਉਸ ਮਾਲਕ ਦੀ ਕਿਰਪਾ ਹੋਏਗੀ। ਅਸਲ ਵਿੱਚ ਗੁਰੂ ਸਾਹਿਬ ਨੇ ਭੋਜਨ, ਕਿਉਂਕਿ ਉਹਨਾਂ ਨੇ ਤੇ ਆਖਿਆ ਕਿ ਸਾਡਾ ਰਾਜ ਭਾਗ ਜਿਹੜਾ ਉਹ ਖੁੰਝ ਗਿਆ ਤੇ ਕਿਵੇਂ ਮਿਲੇਗਾ, ਤੇ ਸਾਹਿਬ ਜੀ ਕਹਿੰਦੇ ਭੋਜਨ ਤਿਆਰ ਕਰੋ। ਗੱਲ ਰਾਜ ਦੀ ਹੈ ਤੇ ਗੁਰੂ ਸਾਹਿਬ ਗੱਲ ਭੋਜਨ ਦੀ ਕਰਦੇ ਆ। ਇਹਦੇ ਵਿੱਚ ਮਕਸਦ ਕੀ ਹੈ? ਮਕਸਦ ਇਹ ਹੈ ਕਿ ਜਦੋਂ ਭੋਜਨ ਬਣੇਗਾ, ਚੁੱਲ੍ਹਾ ਬਲੇਗਾ ਤੇ ਜਦੋਂ ਚੁੱਲ੍ਹਾ ਬਲੇਗਾ, ਧੂੰਆਂ ਨਿਕਲੇਗਾ ਤੇ ਇਹ ਲੋਕ ਆਪੇ ਹੀ ਭੱਜੇ ਆਉਣਗੇ ਕਿ ਕੌਣ ਹੈ ਜਿਹਨੇ ਇਹ ਚੁੱਲ੍ਹਾ ਬਾਲਿਆ ਤੇ ਭੋਜਨ ਤਿਆਰ ਕੀਤਾ ਹੈ। ਇਹ ਗੁਰੂ ਸਾਹਿਬ ਜੀ ਦੀ ਇੱਕ ਖੇਡ ਸੀ। ਸਾਹਿਬ ਜੀ ਨੇ ਆਖਿਆ ਤੁਸੀਂ ਭੋਜਨ ਜਿਹੜਾ ਉਹ ਤਿਆਰ ਕਰਕੇ ਛਕਾਓ, ਮਾਲਕ ਭਲੀ ਕਰਨਗੇ। ਪ੍ਰਾਪਤ ਹੋਵੇ ਹੈ ਰਾਜ ਬਹੋਰੀ। ਤੁਹਾਡਾ ਜਿਹੜਾ ਰਾਜ ਹੈ ਬਹੋਰੀ ਦੁਬਾਰਾ ਤੁਹਾਨੂੰ ਮਿਲ ਜਾਵੇਗਾ। ਸੋ ਬੋਲੇ ਤਬ ਦਵੈ ਕਰ ਜੋਰੀ। ਉਹਨਾਂ ਨੇ ਅੱਗੋਂ ਦੋ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ। ਭੋਜਨ ਹਿਤ ਹਮ ਪਾਸ ਨ ਦਰਬਾ। ਕਹਿੰਦੇ ਮਹਾਰਾਜ ਜੀ ਸਾਡੇ ਕੋਲ ਤਾਂ ਦਰਬ ਧਨ ਪੈਸਾ ਹੀ ਕੋਈ ਨਹੀਂ ਹੈ ਤੇ ਅਸੀਂ ਕਿੱਥੋਂ ਇਹ ਜਿਹੜਾ ਸਮੱਗਰੀ ਲੈ ਕੇ ਆਈਏ ਤੇ ਭੋਜਨ ਤਿਆਰ ਕਿਵੇਂ ਹੋਵੇਗਾ? ਕਰਤ ਜੁਦ ਤਹਿ ਖਰਚਿਓ ਸਰਬਾ। ਜੋ ਸਾਡੇ ਕੋਲ ਸੀ ਉਹ ਖਰਚ ਹੋ ਚੁੱਕਾ ਹੈ। ਅਬ ਹਮ ਹੋਏ ਰੰਕ ਸਮਾਨਾ। ਹੁਣ ਤੇ ਅਸੀਂ ਰਾਜੇ ਤੋਂ ਰੰਕ ਬਣ ਚੁੱਕੇ ਹਾਂ, ਸਾਡੇ ਕੋਲ ਤੇ ਪੈਸਾ ਧੇਲਾ ਵੀ ਇਸ ਵੇਲੇ ਕੋਈ ਨਹੀਂ ਹੈ। ਆਏ ਸਰਨੰ ਸੰਤ ਮਹਾਨਾ। ਤੁਸੀਂ ਰੱਬ ਦੇ ਪਿਆਰੇ, ਸਾਨੂੰ ਲੱਗੇ ਵੀ ਤੁਸੀਂ ਰੱਬ ਦੇ ਪਿਆਰੇ ਹੋ, ਇਸ ਲਈ ਅਸੀਂ ਤੁਹਾਡੇ ਪਾਸ ਆ ਗਏ ਹਾਂ। ਸ੍ਰੀ ਗੁਰ ਕਹੈ ਕਰੋ ਅਸਰੀਤੀ। ਗੁਰੂ ਮਹਾਰਾਜ ਕਹਿੰਦੇ ਚਿੰਤਾ ਨਾ ਕਰੋ, ਜਿਵੇਂ ਅਸੀਂ ਕਹਿੰਦੇ ਹਾਂ ਉਸੇ ਤਰ੍ਹਾਂ ਕਰੋ। ਤੁਸੀਂ ਚੁੱਲ੍ਹਾ ਤੇ ਬਾਲ ਸਕਦੇ ਹੋ, ਚੁੱਲ੍ਹਾ ਬਾਲਣ ਨੂੰ ਕਿੰਨਾ ਕੁ ਜਿਹੜਾ ਉਹ ਸਮਾਂ ਲੱਗੇਗਾ, ਜਾਂ ਸਮੱਗਰੀ ਲੱਗੇਗੀ ਜਾਂ ਪੈਸਾ ਧੇਲਾ ਲੱਗੇਗਾ, ਚਾਰ ਉੱਥੋਂ ਲੱਕੜਾਂ ਇਕੱਠੀਆਂ ਕਰੋ ਤੇ ਚੁੱਲ੍ਹਾ ਜਿਹੜਾ ਉਹ ਬਾਲ ਲਓ। ਬਾਕੀ ਸਮੱਗਰੀ ਮਹਾਰਾਜ ਕਹਿੰਦੇ ਅਸੀਂ ਪ੍ਰਬੰਧ ਕਰਦੇ ਹਾਂ, ਤੁਸੀਂ ਬਸ ਇਹਨੂੰ ਤਿਆਰ ਜਿਹੜਾ ਉਹ ਕਰਨਾ ਕਰੋ ਜੀ। ਅਗਨ ਬਾਦ ਰਿਦੋ ਅਵਤਾਹੀ। ਸਭ ਕਹਿੰਦੇ ਅੱਗ ਬਾਲੋ ਤੇ ਅਗਨੀ ਬਾਲ ਕੇ ਇਹ ਜੋ ਸਮੱਗਰੀ ਹੈ ਇਹਨੂੰ ਤਿਆਰ ਕਰੋ ਜੀ। ਇਸ ਪ੍ਰਕਾਰ ਕੀ ਆਇਸ ਸੁਨੇ ਕੇ। ਜਦੋਂ ਇਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹ ਬਚਨ ਸੁਣੇ ਵੀ ਚਿੰਤਾ ਨਾ ਕਰੋ, ਤੁਸੀਂ ਬਸ ਅੱਗ ਬਾਲਣ ਦਾ ਯਤਨ ਕਰੋ। ਭੋਜਨ ਜਿਹੜਾ ਉਹ ਕਿਵੇਂ ਤਿਆਰ ਹੋਣਾ ਹੈ ਸਾਹਿਬ ਜੀ ਕਹਿੰਦੇ ਉਹ ਮੈਂ ਦੱਸਦਾ ਹਾਂ। ਕਰਤ ਪਏ ਤਸ ਸਭ ਵਿਦ ਗੁਣ ਕੈ। ਉਸੇ ਹੀ ਤਰੀਕੇ ਨਾਲ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਸੀ, ਉਸੇ ਹੀ ਤਰੀਕੇ ਦੇ ਨਾਲ ਕਹਿੰਦੇ ਇਹਨਾਂ ਨੇ ਅਗਨੀ ਦਾ ਪ੍ਰਬੰਧ ਕੀਤਾ ਵੀ ਅੱਗ ਜਿਹੜੀ ਆ ਉਹ ਕਿਵੇਂ ਬਾਲਣੀ ਆ, ਕਿਵੇਂ ਇਹ ਸਮੱਗਰੀ ਜਿਹੜੀ ਆ ਤਿਆਰ ਕਰਨੀ ਹੈ, ਉਹ ਸਾਰਾ ਕੁਝ ਕਹਿੰਦੇ ਤਿਆਰੀ ਕਰਦੇ ਹਨ। ਵਿਦਿਆ ਮਹਿ ਪੰਡਿਤ ਬਡਮਾਨੀ। ਹੁਣ ਇੱਥੇ ਜਿਹੜੇ ਕੁਰੂਕਸ਼ੇਤਰ ਦੇ ਇਲਾਕੇ ਵਿੱਚ ਉਹ ਪੰਡਿਤ ਲੋਕ ਜਿਹੜੇ ਆਪਣੇ ਆਪ ਦੇ ਵਿੱਚ ਬਹੁਤ ਵਿਦਿਆ ਦੇ ਮਾਹਰ ਨੇ, ਜਿਹੜੇ ਕਹਿੰਦੇ ਨੇ ਕਿ ਸਾਡੇ ਸਾਹਮਣੇ ਕੋਈ ਵੀ ਗਿਆਨਵਾਨ ਟਿਕ ਨਹੀਂ ਸਕਦਾ, ਸਾਡੇ ਸਾਹਮਣੇ ਕੋਈ ਵਿਦਵਾਨ ਟਿਕ ਨਹੀਂ ਸਕਦਾ, ਸਾਡੇ ਕੋਲ ਵਿਦਵਤਾ ਨਹੀਂ ਹੈ, ਗਿਆਨ ਜਾਂ ਕਹਿ ਲਓ ਕਿ ਜੋ ਗਿਆਨ ਹੈ ਉਹਦਾ ਪਿੱਛੇ ਮਾਣ ਹੰਕਾਰ ਵੀ ਭਰਿਆ ਪਿਆ ਹੈ। ਤੇ ਜਿਹਦੇ ਅੰਦਰ ਹੰਕਾਰ ਹੋਏਗਾ ਮਹਾਰਾਜ ਜੀ ਕਹਿੰਦੇ ਉਹ ਵਿਦਵਾਨ ਹੋ ਹੀ ਨਹੀਂ ਸਕਦਾ। ਜਿਹਦੇ ਅੰਦਰ ਹੰਕਾਰ ਹੈ ਉਹ ਗਿਆਨਵਾਨ ਹੋ ਹੀ ਨਹੀਂ ਸਕਦਾ, ਕਿਉਂਕਿ ਗਿਆਨਵਾਨ ਉਹ ਹੁੰਦਾ ਜਿਹਦੇ ਅੰਦਰ ਹੰਕਾਰ ਨਹੀਂ ਹੁੰਦਾ। ਹੁਣ ਇਹ ਜਿੰਨੇ ਵੀ ਪੰਡਿਤ ਲੋਕ ਨੇ ਹੰਕਾਰ ਦੇ ਨਾਲ ਭਰੇ ਨੇ। ਇਹਨਾਂ ਨੇ ਜਦੋਂ ਧੂੰਆਂ ਨਿਕਲਦਾ ਵੇਖਿਆ, ਜਦੋਂ ਅੱਗ ਬਾਲੀ ਧੂੰਆਂ ਨਿਕਲਿਆ ਤੇ ਇਹਨਾਂ ਨੇ ਐਲਾਨ ਕੀਤਾ ਹੋਇਆ ਸੀ ਕਿ ਕੋਈ ਵੀ ਚੁੱਲ੍ਹਾ ਨਹੀਂ ਬਾਲੇਗਾ,
ਕੋਈ ਵੀ ਜਿਹੜਾ ਅੱਗ ਨਹੀਂ ਬਾਲੇਗਾ, ਕੋਈ ਭੋਜਨ ਨਹੀਂ ਤਿਆਰ ਕਰੇਗਾ। ਅੱਜ ਸੂਰਜ ਗ੍ਰਹਿਣ ਹੈ ਤੇ ਜਦੋਂ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਮੰਨ ਕੇ ਅੱਗ ਬਾਲੀ, ਜਿੰਨੇ ਵੀ ਆਪਣੇ ਆਪ ਨੂੰ ਵਿਦਵਾਨ ਪੰਡਤ ਵਿਦਵਤਾ ਦੇ ਨਾਲ ਭਰਪੂਰ ਅਖਾਉਣ ਵਾਲੇ ਸਨ, ਨਿਕਸਿਓ ਧੂਮ ਦੇਖ ਰਿ ਸਠਾਨੀ। ਕਹਿੰਦੇ ਜਦੋਂ ਨਿਕਸਿਓ ਧੂਮ, ਧੂਮ ਦਾ ਅਰਥ ਧੂਆਂ, ਜਦੋਂ ਧੂਆਂ ਨਿਕਲਦਾ ਵੇਖਿਆ ਤੇ ਇਹਨਾਂ ਦੀਆਂ ਅੱਖਾਂ ਲਾਲ ਹੋ ਗਈਆਂ, ਕ੍ਰੋਧ ਵਿੱਚ ਆ ਗਏ, ਗੁੱਸਾ ਜਿਹੜਾ ਸੀ ਇਹਨਾਂ ਅੰਦਰ ਭਰ ਗਿਆ। ਆਜ ਤਰਨ ਕੋ ਗ੍ਰਹਿਣ ਆਕਾਸ਼ਾ। ਕਹਿੰਦੇ ਨੇ ਅੱਜ ਕੌਣ ਹੈ ਜਿਹਨੇ ਇਸ ਇਲਾਕੇ ਦੇ ਵਿੱਚ ਅੱਗ ਬਾਲੀ ਹੈ? ਕਿਸੇ ਨੂੰ ਇਹ ਨਹੀਂ ਪਤਾ ਵੀ ਜਿਹਨੇ ਵੀ ਇਹ ਅੱਗ ਬਾਲੀ ਹੈ ਉਸ ਨੂੰ ਇਹ ਨਹੀਂ ਪਤਾ ਕਿ ਅੱਜ ਸੂਰਜ ਗ੍ਰਹਿਣ ਦਾ ਸਮਾਂ ਹੈ। ਇਹ ਅਜਾਨ ਰਿਦਨ ਲਗਮਾਸਾ। ਇਹ ਕੌਣ ਹੈ ਅਣਜਾਣ ਜਿਹਨੂੰ ਇਸ ਗੱਲ ਦੀ ਖਬਰ ਨਹੀਂ ਹੈ? ਲੈ ਕਰ ਕੁੱਤ ਕੇ ਸਸਤ ਪਾਰਾ। ਹੁਣ ਸਾਡਾ ਗਿਆਨ ਕੀ ਹੈ? ਸਾਡਾ ਗਿਆਨ ਹੈ ਵੀ ਮਾੜੀ ਜੀ ਕੋਈ ਗੱਲ ਹੋਵੇ ਤੇ ਉਸੇ ਵੇਲੇ ਡਾਂਗਾ ਸੋਟੇ ਚੁੱਕ ਲਓ, ਪਰ ਜਿਹੜਾ ਅਸਲ ਗਿਆਨ ਹੈ ਉਹ ਇਸ ਤਰ੍ਹਾਂ ਕ੍ਰੋਧ ਵਿੱਚ ਆ ਕੇ ਡਾਂਗਾ ਸੋਟੇ ਚੁੱਕਦਾ ਨਹੀਂ। ਇਸ ਲਈ ਇਹ ਅਧੂਰਾ ਗਿਆਨ ਹੈ, ਕਿਉਂਕਿ ਜਿਹੜਾ ਅਧੂਰਾ ਗਿਆਨ ਹੈ ਉੱਥੇ ਕ੍ਰੋਧ ਆਏਗਾ, ਤੇ ਜਿੱਥੇ ਕ੍ਰੋਧ ਆਏਗਾ ਉੱਥੇ ਵਿਰੋਧ ਵੀ ਹੋਏਗਾ। ਕ੍ਰੋਧ ਨੇ ਹੀ ਵਿਰੋਧ ਨੂੰ ਪੈਦਾ ਕਰਨਾ ਹੈ। ਕਹਿੰਦੇ ਗੁੱਸੇ ਨਾਲ ਭਰ ਗਏ, ਕ੍ਰੋਧ ਨਾਲ ਭਰ ਗਏ। ਪਰ ਗੁਰੂ ਕੇ ਪਿਆਰਿਓ, ਜਿੰਨੇ ਵੀ ਆਪਾਂ ਗੁਰੂ ਸਾਹਿਬ ਨਾਲ ਜੁੜਦੇ ਹਾਂ, ਮਹਾਰਾਜ ਨੇ ਆਖਿਆ ਵੀ ਗੁਰੂ ਕੇ ਸਿੱਖਾ ਕੋਸ਼ਿਸ਼ ਕਰ ਇੱਕ ਕਾਮ ਤੇ ਇੱਕ ਕ੍ਰੋਧ ਤੋਂ ਜਿੰਨਾ ਤੂੰ ਆਪਣਾ ਬਚਾਅ ਕਰ ਸਕਦਾ ਹੈ ਉਹ ਕਰ, ਕਿਉਂਕਿ ਇਹ ਜ਼ਿੰਦਗੀ ਨੂੰ ਤਬਾਹ ਕਰ ਦਿੰਦੇ ਆ। ਇਹ ਅੰਦਰੋਂ ਹੀ ਅੰਦਰ ਜ਼ਿੰਦਗੀ ਨੂੰ ਗਾਲ ਦਿੰਦੇ ਆ, ਜਿਵੇਂ ਇੱਕ ਸੁਹਾਗਾ ਸੋਨੇ ਨੂੰ ਗਾਲ ਦਿੰਦਾ ਨਾ, ਢਾਲ ਦਿੰਦਾ ਹੈ, ਇਹ ਜ਼ਿੰਦਗੀ ਵੀ ਇਸੇ ਤਰ੍ਹਾਂ ਢਲ ਜਾਂਦੀ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਇਸ ਲਈ ਮਹਾਰਾਜ ਨੇ ਆਖਿਆ ਕਿ ਤੂੰ ਕ੍ਰੋਧ ਤੋਂ ਵੀ ਬਚ ਤੇ ਕਾਮ ਵਾਸ਼ਨਾਵਾਂ ਤੋਂ ਵੀ, ਜਿਹੜੀਆਂ ਤੇਰੇ ਅੰਦਰ ਵਾਸ਼ਨਾਵਾਂ ਉਤਪੰਨ ਹੁੰਦੀਆਂ ਨੇ, ਇਹੀ ਤੇਰੀ ਤਬਾਹੀ ਦਾ ਕਾਰਨ ਬਣ ਜਾਂਦੀਆਂ। ਇੱਥੇ ਸਤਿਗੁਰੂ ਮਹਾਰਾਜ ਜੀ ਆਰਾਮ ਨਾਲ ਬੈਠੇ ਨੇ, ਜਦੋਂ ਹੀ ਇਹਨਾਂ ਨੇ ਅੱਗ ਬਾਲੀ ਤੇ ਇੱਧਰ ਜਿਹੜੇ ਪੰਡਤ ਲੋਕ ਸੀ ਕਹਿੰਦੇ ਕ੍ਰੋਧ ਵਿੱਚ ਆ ਗਏ, ਗੁੱਸੇ ਵਿੱਚ ਆ ਕੇ ਕਹਿੰਦੇ ਕੌਣ ਹੈ ਜਿਹਨੇ ਅੱਗ ਬਾਲੀ ਹੈ? ਇਹ ਧੂਆਂ ਨਿਕਲ ਰਿਹਾ ਹੈ। ਉਸੇ ਵੇਲੇ ਕਹਿੰਦੇ ਡਾਂਗਾ ਸੋਟੇ ਇਹਨਾਂ ਨੇ ਚੁੱਕ ਲਏ ਹਨ। ਆਏ ਨਿਕਟ ਕਹਿ ਕਰੋ ਪ੍ਰਹਾਰਾ। ਆਏ ਨਿਕਟ, ਨੇੜੇ ਆ ਗਏ, ਪ੍ਰਹਾਰ ਕਰਨ ਵਾਸਤੇ ਵੀ ਇਹ ਕੌਣ ਹੈ ਜਿਹਨੂੰ ਇਸ ਇਲਾਕੇ ਦਾ ਪਤਾ ਹੀ ਨਹੀਂ ਹੈ ਕਿ ਅੱਜ ਅੱਗ ਨਹੀਂ ਬਾਲਣੀ, ਚੁੱਲ੍ਹਾ ਨਹੀਂ ਬਾਲਣਾ। ਬਸ ਗੁੱਸੇ ਵਿੱਚ ਕ੍ਰੋਧ ਵਿੱਚ ਭਰੇ ਆਏ ਨੇ ਆਪਣੇ ਵੱਲੋਂ ਪ੍ਰਹਾਰ ਕਰਨ ਵਾਸਤੇ। ਕੋ ਤੇਰੋ ਹੈ ਬਚਨ ਧਰਮੀ। ਅੱਗੋਂ ਆਉਂਦਿਆਂ ਸਾਰੀ ਕਹਿੰਦੇ ਉਹ ਅਧਰਮੀ, ਭਾਵ ਜਿਹਨੂੰ ਧਰਮ ਦਾ ਨਹੀਂ ਪਤਾ। ਇੱਥੇ ਵੀ ਇੱਕ ਗੱਲ ਨੋਟ ਕਰਕੇ ਚੱਲਿਓ, ਅਸੀਂ ਧਰਮ ਦੀ ਦੁਨੀਆ ਦੇ ਵਿੱਚ ਇੰਨੇ ਕੁ ਵੰਡੇ ਗਏ ਹਾਂ ਕਿ ਸਾਨੂੰ ਸ਼ਬਦਾਵਲੀ ਵੀ ਜਿਹੜੀ ਆ ਉਹ ਨਹੀਂ ਪਤਾ, ਜਾਂ ਸ਼ਬਦਾਂ ਦੇ ਅਰਥ ਵੀ ਨਹੀਂ ਪਤਾ, ਕਿਉਂਕਿ ਅਸੀਂ ਕਈ ਅਸਥਾਨ ਹੀ ਜਿਹੜੇ ਧਰਮ ਦੇ ਐਸੇ ਬਣਾ ਲਏ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਇਹ ਅਧਰਮੀਆਂ ਦਾ ਹੈ। ਇੱਕ ਪਾਸੇ ਕਹਿੰਦੇ ਹਾਂ ਇਹ ਧਰਮ ਅਸਥਾਨ ਹੈ, ਦੂਜੇ ਪਾਸੇ ਕਹਿੰਦੇ ਹਾਂ ਅਧਰਮੀਆਂ ਦਾ ਹੈ। ਅਧਰਮੀ, ਹੁਣ ਜਿਹੜਾ ਧਰਮੀ ਹੈ, ਧਰਮੀ ਦਾ ਮਤਲਬ ਧਰਮ ਨੂੰ ਕਮਾਉਣ ਵਾਲਾ। ਜਦੋਂ ਐੜਾ ਅੱਗੇ ਲੱਗ ਗਿਆ ਅਧਰਮੀ, ਉਹ ਨਾਵਾਚਕ ਬਣ ਗਿਆ, ਇਹਦਾ ਮਤਲਬ ਇਹ ਉਹ ਹੈ ਜਿਹਨੇ ਧਰਮ ਕਮਾਇਆ ਹੀ ਨਹੀਂ ਹੈ। ਪਰ ਸਾਡੀ ਸੋਚ, ਸਾਡੀ ਮਾਨਸਿਕ ਗਿਰਾਵਟ ਕਿੰਨੀ ਕੁ ਆ ਚੁੱਕੀ ਹੈ ਕਿ ਅਸੀਂ ਧਰਮ ਦੇ ਨਾਮ ਤੇ ਵੀ ਧਰਮੀ ਲੋਕਾਂ ਨੂੰ ਅਧਰਮੀ ਕਹਿ ਕੇ ਹੀ ਦੁਰਕਾਰ ਰਹੇ ਹਾਂ। ਇਹ ਲੋਕ ਅਧਰਮੀ ਨੇ। ਅਸੀਂ ਕਿੰਨੇ ਧਰਮ ਅਸਥਾਨ ਐਸੇ ਵੰਡ ਕੇ ਰੱਖ ਦਿੱਤੇ। ਇੱਥੇ ਕਹਿੰਦੇ ਨੇ ਇਹਨਾਂ ਨੇ ਆਉਂਦਿਆਂ ਸਾਰ ਇਹਨਾਂ ਨੇ ਕ੍ਰੋਧ ਵਿੱਚ ਆ ਕੇ ਆਖਿਆ ਕਿਹੜਾ ਐਸਾ ਅਧਰਮੀ ਹੈ ਜਿਹਨੂੰ ਇਹ ਨਹੀਂ ਪਤਾ ਕਿ ਅੱਜ ਸੂਰਜ ਗ੍ਰਹਿਣ ਲੱਗਾ ਹੈ? ਕੋ ਕੀਨੋ ਤੈ ਕਰਮ ਕੁ ਕਰਮੀ। ਕੌਣ ਹੈ ਐਸਾ ਜਿਹਨੇ ਇਹ ਕੋ ਕਰਮ ਕੀਤਾ ਹੈ? ਭਾਵ ਅੱਗ ਬਾਲਣ ਦੀ ਕੋਸ਼ਿਸ਼ ਕੀਤੀ ਹੈ, ਭੋਜਨ ਤਿਆਰ ਕਰਕੇ ਖਾਣ ਦੀ ਕੋਸ਼ਿਸ਼ ਕੀਤੀ ਹੈ। ਇਹ ਕੌਣ ਹੈ ਜੀ? ਦਿਵਸ ਆਜ ਕੇ ਤੁਰਕ ਜੇ ਮਾਨਵ। ਉਹ ਜਿਹੜੇ ਪੰਡਤ ਲੋਕ ਆਏ ਸਨ ਜਿਨ੍ਹਾਂ ਨੂੰ ਆਪਣੀ ਵਿਦਿਆ ਤੇ ਮਾਣ ਸੀ, ਉਹਨਾਂ ਆਖਿਆ ਵੀ ਅੱਜ ਦੇ ਸਮੇਂ ਵਿੱਚ ਅੱਜ ਦੇ ਸਮੇਂ ਵਿੱਚ ਜਿਹੜੇ ਇਸ ਕੁਰੂਕਸ਼ੇਤਰ ਦੇ ਇਲਾਕੇ ਵਿੱਚ ਤੁਰਕ ਰਹਿੰਦੇ ਆ ਉਹ ਵੀ ਸਾਡੇ ਤੋਂ ਡਰਦੇ ਨੇ। ਉਹਨਾਂ ਦੇ ਅੰਦਰ ਵੀ ਸਾਡਾ ਡਰ, ਸਾਡਾ ਭੈ ਹੈ। ਤੇ ਦੂਜੀ ਗੱਲ ਧਿਆਨ 'ਚ ਰੱਖਿਓ, ਜਿਹੜਾ ਆਪਣੀ ਵਿਦਵਤਾ ਦੇ ਨਾਲ ਦੂਜਿਆਂ ਨੂੰ ਡਰਾਉਂਦਾ ਹੈ, ਜਿਹੜਾ ਆਪਣੇ ਗਿਆਨ ਦੇ ਆਸਰੇ ਦੂਜਿਆਂ ਵਿੱਚ ਭੈ ਪੈਦਾ ਕਰਦਾ ਹੈ, ਮਹਾਰਾਜ ਜੀ ਨੇ ਉਹਨੂੰ ਗਿਆਨੀ ਮੰਨਿਆ ਹੀ ਨਹੀਂ ਹੈ। ਸਭ ਕਹਿੰਦੇ ਗਿਆਨੀ ਕੌਣ ਹੈ? ਨਾ ਕਿਸੇ ਦਾ ਭੈ ਅੰਦਰ ਰੱਖੇ ਤੇ ਨਾ ਆਪਣੇ ਵੱਲੋਂ ਕਿਸੇ ਨੂੰ ਭੈ ਦੇ ਵਿੱਚ ਲਿਆਵੇ, ਭਾਵ ਨਾ ਡਰੇ ਤੇ ਨਾ ਕਿਸੇ ਨੂੰ ਡਰਾਵਾ ਦੇਵੇ। ਭੈ ਕਾਹੂ ਕੋ ਦੇਤ ਨੈ, ਗੁਰੂ ਤੇਗ ਬਹਾਦਰ ਸਾਹਿਬ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਸਾਡੇ ਕੋਲ ਗਿਆਨ ਨਾ ਹੋਣ ਕਰਕੇ ਜਦੋਂ ਕੋਈ ਸਾਨੂੰ ਗਿਆਨ ਦੀ ਗੱਲ ਕਰਕੇ ਡਰਾਉਂਦਾ ਹੈ ਨਾ, ਅਸੀਂ ਡਰ ਜਾਂਦੇ ਹਾਂ। ਤੇ ਜਦੋਂ ਡਰ ਜਾਂਦੇ ਹਾਂ ਤੇ ਫਿਰ ਜਿਵੇਂ ਉਹ ਭਰਮ ਦੇ ਵਿੱਚ ਪਾਉਂਦਾ ਹੈ, ਅਸੀਂ ਉਸੇ ਭਰਮ ਜਾਲ ਵਿੱਚ ਫਸ ਕੇ ਲੁੱਟੇ ਜਾਂਦੇ ਹਾਂ। ਸਾਨੂੰ ਉਹਨੇ ਆਖਿਆ ਵੀ ਸੋਮਵਾਰ ਆਹ ਕੰਮ ਨਹੀਂ ਕਰਨਾ, ਅਸੀਂ ਡਰ ਗਏ ਵੀ ਜੇ ਆਹ ਕੰਮ ਕੀਤਾ ਤੇ ਕਿਤੇ ਨੁਕਸਾਨ ਨਾ ਹੋ ਜਾਏ। ਸਾਨੂੰ ਆਖਿਆ ਵੀ ਮੰਗਲਵਾਰ ਆਹ ਕੰਮ ਨਹੀਂ ਕਰਨਾ, ਅਸੀਂ ਡਰ ਗਏ ਕਿਉਂਕਿ ਸਾਨੂੰ ਗਿਆਨ ਨਹੀਂ ਸੀ, ਸਾਨੂੰ ਸੋਝੀ ਨਹੀਂ ਸੀ। ਨਾ ਸੋਝੀ ਹੋਣ ਕਰਕੇ ਅਸੀਂ ਉਹਦੀਆਂ ਗੱਲਾਂ ਵਿੱਚ ਆ ਕੇ ਡਰ ਬਿਠਾ ਲਿਆ ਆਪਣੇ ਅੰਦਰ, ਤੇ ਅਸੀਂ ਆਖਿਆ ਨਹੀਂ ਮੰਗਲਵਾਰ ਆਹ ਕੰਮ ਕੀਤਾ ਤੇ ਕਿਤੇ ਨੁਕਸਾਨ ਨਾ ਹੋ ਜਾਏ, ਕਿਉਂਕਿ ਉਹ ਸਾਡੇ ਅੰਦਰ ਦਿਮਾਗ ਵਿੱਚ ਡਰ ਬਿਠਾ ਦਿੱਤਾ ਗਿਆ। ਤੇ ਡਰ ਕਿਉਂ ਬੈਠਾ? ਕਿਉਂਕਿ ਸਾਡੇ ਕੋਲ ਗਿਆਨ ਨਹੀਂ ਸੀ, ਸਾਡੇ ਕੋਲ ਸੋਝੀ ਨਹੀਂ ਸੀ। ਹੁਣ ਸਾਡੇ ਮਨ ਵਿੱਚ ਭਰਮ ਪੈਦਾ ਕਰ ਦਿੱਤਾ ਵੀ ਸ਼ਨੀਚਰਵਾਰ ਆਹ ਕੰਮ ਨਹੀਂ ਕਰਨਾ, ਆਹ ਚੀਜ਼ ਨਹੀਂ ਖਰੀਦਣੀ, ਡਰ ਬੈਠ ਗਿਆ ਦਿਮਾਗ ਵਿੱਚ। ਹੁਣ ਉਹ ਦਿਮਾਗ ਵਿੱਚ ਡਰ ਐਸਾ ਬੈਠਾ ਹੈ ਕਿ ਅਸੀਂ ਉਹ ਹਰ ਵੇਲੇ ਧਿਆਨ ਰੱਖਦੇ ਹਾਂ ਕਿ ਸ਼ਨੀਚਰਵਾਰ ਨੂੰ ਆਹ ਕੰਮ ਨਹੀਂ ਕਰਨਾ ਤੇ ਆਹ ਚੀਜ਼ ਨਹੀਂ ਖਰੀਦਣੀ, ਕਿਤੇ ਨੁਕਸਾਨ ਨਾ ਹੋ ਜਾਏ। ਇਹਦਾ ਕਾਰਨ ਸਾਡਾ ਅਧੂਰਾ ਗਿਆਨ ਹੈ। ਜਦੋਂ ਸਾਨੂੰ ਆਪਣੇ ਆਪ ਵਿੱਚ ਪੂਰਾ ਗਿਆਨ ਮਿਲੇਗਾ, ਜਦੋਂ ਕੋਈ ਸਾਨੂੰ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਕੇ ਡਰਾਏਗਾ ਤੇ ਸਾਡੇ ਮਨ 'ਚ ਭੈ ਨਹੀਂ ਪੈਦਾ ਹੋਏਗਾ, ਕਿਉਂਕਿ ਅਸੀਂ ਉਸ ਨੂੰ ਜਾਣਦੇ ਹਾਂ ਜਿਹਦੇ ਪ੍ਰਤੀ ਇਹ ਅੰਦਰ ਸਾਨੂੰ ਡਰਾ ਰਿਹਾ ਹੈ। ਹੁਣ ਇਹ ਡਰਾਇਆ ਗਿਆ ਇੰਨਾ ਜ਼ਿਆਦਾ, ਡਰ ਤੇ ਸਾਨੂੰ ਹੋਣਾ ਚਾਹੀਦਾ ਸੀ ਅਵਗੁਣਾਂ ਤੋਂ, ਪਾਪ ਤੋਂ ਡਰ ਹੋਣਾ ਚਾਹੀਦਾ ਸੀ, ਪਰ ਸਾਨੂੰ ਬਾਹਰ ਦੇ ਇਹ ਜਿਹੜੇ ਅਡੰਬਰ ਰਚ ਕੇ ਇੰਨਾ ਡਰਾਇਆ ਗਿਆ, ਅਸੀਂ ਆਪਣੇ ਅੰਦਰ ਦੇ ਅਵਗੁਣ ਵੇਖ ਹੀ ਨਹੀਂ ਸਕੇ, ਆਪਣੇ ਅੰਦਰ ਦੀਆਂ ਬੁਰਾਈਆਂ ਦੇਖ ਹੀ ਨਹੀਂ ਸਕੇ। ਹੁਣ ਗੁੱਸੇ ਵਿੱਚ ਭਰੇ ਹੋਏ ਆਏ, ਆ ਕੇ ਕਹਿੰਦੇ ਆ ਕੌਣ ਅਧਰਮੀ ਜਿਨ੍ਹਾਂ ਨੇ ਇੱਥੇ ਆ ਕੇ ਚੁੱਲ੍ਹਾ ਬਾਲਿਆ, ਅੱਗ ਬਾਲੀ ਹੈ। ਨਾਲ ਹੀ ਕਹਿੰਦੇ ਇਹਨਾਂ ਨੂੰ ਪਤਾ ਨਹੀਂ ਅੱਜ ਕੇ ਤੁਰਕ, ਜਿਹੜੇ ਅੱਜ ਦੇ ਤੁਰਕ ਨੇ ਉਹ ਵੀ ਸਾਡੇ ਕੋਲੋਂ ਡਰਦੇ ਹਨ। ਸੋ ਪੀਤਰਾਸ ਹਿਰਦੈ ਬਹੁ ਠਾਨਵ। ਉਹਨਾਂ ਅੰਦਰ ਵੀ ਬੜਾ ਤਰਾਸ ਕਹਿੰਦੇ ਡਰ, ਵੀ ਇਹ ਲੋਕ ਵੀ ਸਾਡੇ ਕੋਲੋਂ ਬਹੁਤ ਡਰਦੇ ਹਨ। ਕਰ ਇਸਨਾਨ ਦੇਨ ਪੁੰਨ ਦਾਨਾ। ਅੱਜ ਦੇ ਦਿਨ ਤਾਂ ਇਸ਼ਨਾਨ ਕਰਨਾ ਸੀ, ਅੱਜ ਦੇ ਦਿਨ ਤਾਂ ਪੁੰਨ ਦਾਨ ਕਰਨਾ ਸੀ, ਭਾਵ ਦਾਨ ਕਰਕੇ ਪੁੰਨ ਕਮਾਉਣਾ ਸੀ। ਪਰ ਅੱਜ ਦੇ ਦਿਨ ਚੁੱਲ੍ਹਾ ਨਹੀਂ ਸੀ ਬਾਲਣਾ, ਅੱਜ ਦੇ ਦਿਨ ਭੋਜਨ ਤਿਆਰ ਕਰਕੇ ਨਹੀਂ ਸੀ ਛਕਣਾ, ਪਰ ਹਾਂ ਦਾਨ ਕਰਨਾ ਸੀ। ਕਰਨਾ ਵੀ ਕਿਹਨਾਂ ਨੂੰ ਸੀ? ਇਹਨਾਂ ਲੋਕਾਂ ਨੂੰ। ਅਸਲ ਵਿੱਚ ਆਪਣੀਆਂ ਹੀ ਝੋਲੀਆਂ ਭਰਨ ਵਾਸਤੇ ਇੱਕ ਵਹਿਮ, ਇੱਕ ਭਰਮ ਪੈਦਾ ਕਰ ਦਿੱਤਾ ਗਿਆ। ਉਸ ਵਹਿਮ ਭਰਮ ਦੇ ਵਿੱਚ ਇਹ ਆਖਿਆ ਵੀ ਤੁਸੀਂ ਦਾਨ ਸਾਨੂੰ ਕਰਨਾ ਹੈ, ਪਰ ਤੁਸੀਂ ਆਪ ਕੁਝ ਨਹੀਂ ਛਕਣਾ, ਤੁਸੀਂ ਆਪ ਘਰ ਵਿੱਚ ਚੁੱਲ੍ਹਾ ਵੀ ਨਹੀਂ ਬਾਲਣਾ। ਪਰ ਦੇਖੋ ਹੁਣ ਜਦੋਂ ਮਾਘ ਦਾ ਦਿਨ ਆਉਂਦਾ, ਜਿਹੜਾ ਹੁਣ ਕੱਲ੍ਹ ਦਾ ਦਿਨ ਜਿਵੇਂ ਆਉਣਾ, ਅੰਗਰੇਜ਼ੀ ਮਹੀਨਿਆਂ ਦਾ ਤੇ ਸਾਰਿਆਂ ਨੂੰ ਪਤਾ ਵੀ ਜਨਵਰੀ ਤੋਂ ਦਸੰਬਰ ਤੱਕ ਦਾ, ਪਰ ਦੇਸੀ ਮਹੀਨਿਆਂ ਦੇ ਅੱਜ ਦੇ ਸਮੇਂ ਵਿੱਚ ਵਿਰਲੇ ਨੂੰ ਪਤਾ ਹੈ, ਕਿਉਂਕਿ ਅਸੀਂ ਅੰਗਰੇਜ਼ੀ ਮਹੀਨਿਆਂ 'ਚ ਹੀ ਇੰਨੇ ਮਸਤ ਹੋ ਗਏ ਹਾਂ। ਪਰ ਜਿਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰ ਤੇ ਆਏ ਹੋ, ਗੁਰੂ ਸਾਹਿਬ ਦੇ ਦਰ ਤੇ ਸਤਿਗੁਰੂ ਦੀ ਪਵਿੱਤਰ ਬਾਣੀ ਵਿੱਚ 2 12 ਮਾਹਾਂ ਦੇ ਪਾਠ ਹੈ। ਇੱਕ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਿਆ ਤੇ ਇੱਕ ਗੁਰੂ ਅਰਜਨ ਦੇਵ ਪਾਤਸ਼ਾਹ ਨੇ। ਅਗਰ ਉਸ ਮੁਤਾਬਕ ਚੱਲਾਂਗੇ ਤੇ ਫਿਰ ਦੁਬਾਰਾ 12 ਮਾਹਾਂ ਦੀ ਕੱਲ ਆਰੰਭਤਾ ਹੋਣੀ ਹੈ।
ਜਾਂ ਦੇਸੀ ਮਹੀਨਿਆਂ ਦੇ ਮੁਤਾਬਕ ਅੱਜ ਇਹ ਦਿਨ ਲੰਘਿਆ, ਆਖਰੀ ਸੀ। ਇਹ ਰਾਤ ਜਿਹੜੀ ਆ ਇਹ ਇਸ ਸੰਮਤ ਦੀ ਆਖਰੀ ਰਾਤ, ਕੱਲ ਨੂੰ ਫਿਰ ਸ਼ੁਰੂਆਤ ਹੋਣੀ ਹੈ, 12 ਮਾਹਾਂ ਦੀ ਆਰੰਭਤਾ ਹੋਣੀ ਹੈ। ਤੇ ਜਿਵੇਂ ਸਾਡੇ ਮਨਾਂ ਵਿੱਚ ਚਾਹੋ ਸੀ ਨਾ ਵੀ 31 ਦਸੰਬਰ ਦੀ ਰਾਤ ਨੂੰ ਅਸੀਂ ਖੁਸ਼ੀਆਂ ਮਨਾਉਣੀਆਂ, ਇਹ ਚਾਹੋ ਸਾਡੇ ਅੰਦਰ ਇਹ ਵੀ ਹੋਵੇ ਕਿ ਮਾਲਕ ਜੀ ਸਾਡੇ ਲਈ ਸਮਾਂ ਹਰ ਪਲ ਦਿਨ ਘੜੀ ਇੱਕੋ ਜਿਹੀ ਹੈ ਜੇ ਅਸੀਂ ਨਿੱਤ ਤੁਹਾਡੇ ਚਰਨਾਂ ਵਿੱਚ ਜੁੜਦੇ ਹਾਂ। ਪਰ ਚਲੋ ਇੱਕ ਬਣਤਰ ਜਿਹੜੀ ਬਣੀ ਆ ਉਸ ਮੁਤਾਬਕ ਸਾਡੇ ਤੇ ਇੱਕ ਕਿਰਪਾ ਕਰ ਦੇਣਾ ਕਿ ਸਾਡਾ ਆਉਣ ਵਾਲਾ ਸਮਾਂ ਸੁਖਮਈ ਹੋ ਜਾਏ। ਸਮਾਂ ਜਿਹੜਾ ਬਤੀਤ ਹੋਇਆ ਆ ਜਿਹੜਾ ਸੰਗਤ ਵਿੱਚ ਨਾਮ ਦੀ ਰੰਗਤ ਲੈਂਦੇ ਆ, ਇਹ ਬੀਜ ਹੈ ਜਿਹੜਾ ਤੁਸੀਂ ਬੈਠ ਕੇ ਬੀਜ ਰਹੇ ਹੋ। ਆਉਣ ਵਾਲੇ ਸਮੇਂ ਵਿੱਚ ਜਦੋਂ ਇਹਨੇ ਪੁੰਗਰਨਾ, ਆਗਿਆ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ। ਪਾਛੇ ਦਾ ਅਰਥ ਆ ਪਿਛਲਾ ਸਮਾਂ, ਜਦੋਂ ਦਿਨ ਚੜ੍ਹਨਾ ਉਹ ਅੱਗੇ ਵਾਲਾ ਸਮਾਂ ਹੈ। ਜਦੋਂ ਬੀਜ ਪਾ ਰਹੇ ਹੋ ਉਹ ਪਿਛਲਾ ਸਮਾਂ ਹੈ, ਜਦੋਂ ਬੀਜ ਪੁੰਗਰ ਗਿਆ ਉਹ ਅਗਲਾ ਸਮਾਂ ਹੈ। ਅਗਲਾ ਸਮਾਂ ਹੈ ਆਗਿਆ ਸੁਖ ਮੇਰੇ ਮੀਤਾ, ਤੇ ਜਦੋਂ ਬੀਜ ਅਸੀਂ ਪਾ ਰਹੇ ਹਾਂ ਸੰਗਤ ਕਰਕੇ ਨਾਮ ਦੀ ਰੰਗਤ ਲੈ ਰਹੇ ਹਾਂ ਇਹ ਪਿਛਲਾ ਸਮਾਂ ਹੈ। ਮਹਾਰਾਜ ਕਹਿੰਦੇ ਆਗਿਆ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ। ਜੇ ਆਹ ਬਿੱਦ ਤੇਰੀ ਜੀਵਨ ਵਿੱਚ ਬਣ ਜਾਏ ਫਿਰ ਤੇਰਾ ਜੀਵਨ ਕਦੇ ਵੀ ਲੜ ਖੜਾਵੇਗਾ ਨਹੀਂ, ਤੂੰ ਕਦੇ ਡੱਗ ਮਗਾਵੇਂਗਾ ਨਹੀਂ। ਇਸ ਲਈ ਸਾਨੂੰ ਮਹਾਰਾਜ ਨੇ ਜੋ ਬਖਸ਼ਿਸ਼ਾਂ ਦਿੱਤੀਆਂ ਅਸੀਂ ਉਸ ਰਾਹ ਉੱਤੇ ਤੁਰਨਾ, ਪਰ ਨਿਰਭਉ ਤੇ ਨਿਰਵੈਰ ਹੋ ਕੇ ਤੁਰਨਾ। ਕਿਸੇ ਵੀ ਦਿਨ ਦਾ, ਥਿੱਤ ਦਾ, ਵਾਰ ਦਾ ਮਨ ਵਿੱਚ ਭੈ ਰੱਖ ਕੇ, ਡਰ ਰੱਖ ਕੇ ਨਹੀਂ। ਨਿੱਤ ਉੱਠ ਕੇ ਜਦੋਂ ਨਾਮ ਦਾ ਅਭਿਆਸ ਕਰੋਗੇ ਤੁਹਾਡੇ ਲਈ ਸਾਰੇ ਦਿਨ, ਮਹੂਰਤ, ਘੜੀਆਂ, ਪਲ ਸਫਲ ਹੋ ਜਾਣਗੀਆਂ। ਹੁਣ ਇੱਥੇ ਆ ਕੇ ਕ੍ਰੋਧ ਵਿੱਚ ਆ ਕੇ ਇਹਨਾਂ ਆਖਿਆ ਵੀ ਕੌਣ ਹੋ, ਤੁਹਾਨੂੰ ਪਤਾ ਨਹੀਂ ਕਿ ਅੱਜ ਜਿਹੜਾ ਸੂਰਜ ਗ੍ਰਹਿਣ ਹੈ ਤੇ ਕਿਸੇ ਨੇ ਵੀ ਚੁੱਲ੍ਹਾ ਨਹੀਂ ਸੀ ਬਲ। ਗੱਲ ਕਰਨ ਲੱਗਾ ਸੀ ਕਿ 12 ਮਾਹਾਂ ਦੇ ਪਾਠ ਵਿੱਚ ਮਹਾਰਾਜ ਨੇ ਆਖਿਆ ਵੀ ਤੁਸੀਂ ਜੇ ਇਸ਼ਨਾਨ ਕਰਨਾ ਤੇ ਆਹ ਕਰੋ ਜਿਹਦੇ ਨਾਲ ਤੁਹਾਨੂੰ ਸਫਲਤਾ ਮਿਲੇ, ਕਾਮਯਾਬੀ ਮਿਲੇ। ਜੇ ਤੁਸੀਂ ਕੁਝ ਦਾਨ ਪੁੰਨ ਕਰਨਾ ਤੇ ਆਹ ਦਾਨ ਪੁੰਨ ਕਰੋ ਜਿਹਦੇ ਨਾਲ ਤੁਹਾਨੂੰ ਕਾਮਯਾਬੀ ਮਿਲੇ, ਸਫਲਤਾ ਮਿਲੇ। ਉਹ ਦਾਨ ਪੁੰਨ ਜਿਹੜਾ ਕਹਿਣ ਲੱਗੇ ਵੀ ਤੁਹਾਡੇ ਅੰਦਰ ਮਾਣ ਹੰਕਾਰ ਪੈਦਾ ਕਰ ਦੇਵੇ, ਉਹ ਨਹੀਂ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ। ਅਸੀਂ ਤੀਰਥ ਤੇ ਵੀ ਗਏ, ਵਰਤ ਵੀ ਰੱਖਿਆ, ਦਾਨ ਵੀ ਕੀਤਾ, ਪਰ ਇਹਦੇ ਪਿੱਛੇ ਗੁਮਾਨ ਅੰਦਰ ਭਰ ਲਿਆ। ਤੇ ਜਦੋਂ ਅੰਦਰ ਗੁਮਾਨ ਭਰ ਲਿਆ ਮਹਾਰਾਜ ਕਹਿੰਦੇ ਨਿਫਲ ਹੋ ਗਿਆ, ਕੀਤੇ ਕਿਰਾਏ ਤੇ ਪਾਣੀ ਫਿਰ ਗਿਆ। ਕੋਈ ਵੀ ਭਲੇ ਦਾ ਕੰਮ, ਚੰਗਾ ਕੰਮ ਜਦੋਂ ਅਸੀਂ ਕਰਦੇ ਹਾਂ ਨਾ ਤੇ ਉਹਦੇ ਪਿੱਛੇ ਜੇ ਮਨ ਵਿੱਚ ਮਾਣ ਭਰ ਲਿਆ, ਹੰਕਾਰ ਭਰ ਲਿਆ, ਉਹ ਕੀਤੇ ਕਿਰਾਏ ਤੇ, ਮਿਹਨਤ ਤੇ ਪਾਣੀ ਫਿਰ ਗਿਆ। ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਕੁੰਚਰ ਹਾਥੀ ਨੂੰ ਕਹਿੰਦੇ ਆ। ਮਹਾਵਤ ਨੇ ਬੜੀ ਮਿਹਨਤ ਨਾਲ ਹਾਥੀ ਨੂੰ ਨਵਾਇਆ, ਪਰ ਉਹ ਨਹਾ ਕੇ ਫਿਰ ਮਿੱਟੀ ਵਿੱਚ, ਉਹਦਾ ਇੰਨੀ ਮਿਹਨਤ ਬੇਕਾਰ ਗਈ। ਅਸੀਂ ਵੀ ਚੰਗੇ ਕਰਮ ਕਰਕੇ ਜੇ ਗੁਮਾਨ ਅੰਦਰ ਰੱਖਾਂਗੇ ਤੇ ਸਾਡੀ ਮਿਹਨਤ ਤੇ ਵੀ ਪਾਣੀ ਫਿਰ ਜਾਣਾ। ਇਸ ਲਈ ਮਹਾਰਾਜ ਨੇ ਆਖਿਆ ਤੂੰ ਆਹ ਵਾਲਾ ਕਰਮ ਕਰ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਜੇ ਇਸ਼ਨਾਨ ਕਰਨਾ ਆ ਸੰਗਤ ਵਿੱਚ ਬੈਠੇ ਆ, ਇਹ ਮਨ ਦਾ ਇਸ਼ਨਾਨ ਕਰਨ ਲਈ ਬੈਠੇ ਆ, ਕਿਉਂਕਿ ਤਨ ਦਾ ਇਸ਼ਨਾਨ ਪਾਣੀ ਨਾਲ ਹੋ ਜਾਣਾ, ਉਹ ਤੇ ਪਾਣੀ ਤਾਂ ਸਾਨੂੰ ਘਰ ਵਿੱਚ ਵੀ ਮਿਲ ਜਾਣਾ। ਪਰ ਜਿਹੜਾ ਇਸ਼ਨਾਨ ਆਪਾਂ ਇੱਥੇ ਬੈਠ ਕੇ ਕਰ ਰਹੇ ਹਾਂ ਇਹ ਤਨ ਦਾ ਨਹੀਂ, ਇਹ ਮਨ ਦਾ ਇਸ਼ਨਾਨ ਹੈ। ਮਨ ਦਾ ਇਸ਼ਨਾਨ ਹੋਣਾ ਪਰਮੇਸ਼ਵਰ ਦੇ ਨਾਮ ਨੂੰ ਸਿਮਰ ਕੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਾਘ ਮਜਨ ਸੰਗ ਸਾਧੂਆਂ ਕੀ ਕਰ ਇਸ਼ਨਾਨ, ਹਰਿ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰ ਦਾਨ। ਮਹਾਰਾਜ ਕਹਿੰਦੇ ਜਦੋਂ ਇਸ ਰਾਹ ਤੁਰੇਗਾ ਨਾ ਫਿਰ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ। ਜਿਹੜੇ ਰਾਹ ਤੁਰੇ ਸੀ ਉੱਥੇ ਗੁਮਾਨ ਅੰਦਰ ਆ ਗਿਆ, ਜੇ ਗੁਰੂ ਸਾਹਿਬ ਦੇ ਦੱਸੇ ਰਾਹ ਉੱਤੇ ਤੁਰਾਂਗੇ ਤੇ ਮਨ ਤੇ ਜਾਏ ਗੁਮਾਨ, ਅੰਦਰੋਂ ਹੰਕਾਰ ਨਿਕਲ ਜਾਏਗਾ। ਇਸ ਲਈ ਇਹਨਾਂ ਨੇ ਆਖਿਆ ਵੀ ਤੁਹਾਨੂੰ ਪਤਾ ਨਹੀਂ, ਤੁਸੀਂ ਅਧਰਮੀ ਇੱਥੇ ਆ ਕੇ ਬੈਠੇ ਤੇ ਆ ਕੇ ਭੋਜਨ ਵੀ ਬਣਾਇਆ, ਚੁੱਲ੍ਹਾ ਵੀ ਬਾਲਿਆ। ਕੌਣ ਹੋ ਜਿਨ੍ਹਾਂ ਨੂੰ ਤੁਹਾਨੂੰ ਅੱਜ ਦੇ ਦਿਨ ਦਾ ਨਹੀਂ ਪਤਾ ਹੈ? ਇਨ ਕਾਜਨ ਕੋ ਕਾਲ ਮਹਾਨਾ। ਕਹਿੰਦੇ ਨੇ ਜਿਹੜਾ ਅੱਜ ਦਾ ਸਮਾਂ ਤੇ ਤੁਸੀਂ ਆ ਜੋ ਕੁਝ ਵਰਤਿਆ ਵਰਤਾਇਆ ਹੈ, ਤੁਸੀਂ ਤੁਹਾਡੇ ਅੰਦਰ ਉਸ ਕਾਲ ਦਾ ਭੈ ਨਹੀਂ, ਸਮੇਂ ਦਾ ਤੁਹਾਡੇ ਅੰਦਰ ਭੈ ਨਹੀਂ ਹੈ। ਸੁਨ ਕਰ ਤਿਨ ਤੇ ਸ੍ਰੀ ਗੁਰੂ ਬਚਨ ਕਹੈ ਅਸਰੀਤ। ਜਦੋਂ ਇਹਨਾਂ ਨੇ ਆਉਂਦਿਆਂ ਸਾਰੀ ਆਪਣਾ ਰੋਬ ਪਾਇਆ, ਡਰਾਵਾ ਦਿੱਤਾ ਕਿ ਇਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਵੀ ਤੁਹਾਡੇ ਕੋਲੋਂ ਬਹੁਤ ਵੱਡਾ ਪਾਪ ਹੋ ਗਿਆ, ਤੁਹਾਡੇ ਕੋਲੋਂ ਬਹੁਤ ਵੱਡਾ ਗੁਨਾਹ ਹੋ ਗਿਆ। ਇੱਕ ਹੋਰ ਬੇਨਤੀ ਕਰਕੇ ਚੱਲਾਂ। ਮੰਨ ਲਓ ਕਿਸੇ ਨੇ ਸਹਿਜ ਪਾਠ ਕੀਤਾ ਹੈ ਜਾਂ ਕਰਵਾਇਆ ਹੈ, ਮੰਨ ਲਓ ਕਿਸੇ ਨੇ ਅਖੰਡ ਪਾਠ ਸਾਹਿਬ ਜੀ ਦੀ ਬਾਣੀ ਦੇ ਜਾਪ ਘਰ ਵਿੱਚ ਕਰਾਏ ਆ, ਸਮਝ ਕੇ ਚੱਲਣਾ। ਜੇ ਅਸੀਂ ਉੱਥੇ ਇੱਕ ਨਰੇਲ ਨਾ ਰੱਖਿਆ ਤੇ ਲੋਕਾਂ ਨੇ ਕਹਿਣਾ ਲਓ ਜੀ ਇਹਨਾਂ ਦਾ ਅਖੰਡ ਪਾਠ ਸਾਹਿਬ ਲੱਗਣਾ ਹੀ ਨਹੀਂ, ਡਰ ਪਾ ਦਿੱਤਾ ਨਾ। ਹੁਣ ਉਹ ਇੱਕ ਅੰਗ ਤੋਂ 1430 ਅੰਗ ਦੀ ਬਾਣੀ ਜਿਹੜੀ ਪੜ੍ਹੀ ਗਈ ਉਹਦੇ ਤੇ ਭਰੋਸਾ ਨਾ ਵੱਜਿਆ, ਇੱਕ ਨਰੇਲ ਤੇ ਵੱਜ ਗਿਆ। ਅਸੀਂ ਆਖਿਆ ਇਹ ਰੱਖਿਆ ਹੀ ਨਹੀਂ ਤੇ ਸਫਲ ਨਹੀਂ ਹੋਣਾ। ਮਹਾਰਾਜ ਨੇ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ? ਹੁਣ ਉਹ ਕੀ ਸੀ? ਅਧੂਰੇ ਗਿਆਨ ਨੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਵੀ ਆਹ ਕੀ ਬਣਿਆ, ਪਾਠ ਤੇ ਹੋ ਗਿਆ, ਨਰੇਲ ਰੱਖਿਆ ਹੀ ਕੋਈ ਨਹੀਂ, ਇਹ ਤੇ ਪਾਠ ਲੱਗਣਾ ਹੀ ਕੋਈ ਨਹੀਂ। ਹੁਣ ਅਧੂਰੇ ਗਿਆਨ ਨੇ ਸਾਡੇ ਮਨ ਵਿੱਚ ਡਰ ਪੈਦਾ ਕਰ ਦਿੱਤਾ। ਤੇ ਜਿਹਨੇ ਕੋਲ ਪੂਰਾ ਗਿਆਨ ਸੀ ਉਹਨੇ ਆਖਿਆ ਨਰੇਲ ਨੇ ਫਲ ਨਹੀਂ, ਫਲ ਤੇ ਬਾਣੀ ਨੇ ਦੇਣਾ ਸੀ। ਦੁੱਖ ਨਰੇਲ ਨੇ ਨਹੀਂ ਸੀ ਕੱਟਣੇ, ਦੁੱਖ ਤਾਂ ਬਾਣੀ ਨੇ ਕੱਟਣਾ ਸੀ। ਦੁੱਖ ਉਸ ਨਾਰੀਅਲ ਨੇ ਨਹੀਂ ਸੀ ਕੱਟਣਾ, ਰੋਗ ਉਹਨੇ ਨਹੀਂ ਸੀ ਕੱਟਣਾ, ਰੋਗ ਤੇ ਬਾਣੀ ਨੇ ਕੱਟਣਾ ਸੀ। ਬਾਣੀ ਵਿੱਚ ਤੇ ਮਹਾਰਾਜ ਨੇ ਆਖਿਆ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਆ ਦੁੱਖ ਤੇ ਰੋਗ ਦਾ ਡੇਰਾ ਤੇ ਬਾਣੀ ਨੇ ਭੰਨਣਾ ਸੀ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਦੁੱਖ ਨੂੰ ਭੰਜਨ ਵਾਲਾ ਤੇ ਨਾਮ ਸੀ, ਪਰ ਅਧੂਰੇ ਗਿਆਨ ਨੇ ਸਾਨੂੰ ਜੋੜ ਕਿਤੇ ਹੋਰ ਦਿੱਤਾ। ਅਸੀਂ ਡਰ ਗਏ, ਉਹਨੂੰ ਅੰਦਰ ਹਰ ਵੇਲੇ ਡਰ ਬਣਿਆ ਕਿਤੇ ਇਹ ਨਾ ਹੋ ਜਾਏ, ਆਹ ਨਾ ਹੋ ਜਾਏ। ਪਰ ਜਿਹਦੇ ਕੋਲ ਗਿਆਨ ਸੀ ਉਹਨੇ ਪਰਵਾਹ ਨਹੀਂ ਕੀਤੀ। ਬਹੁਤ ਨੇ ਐਸੀਆਂ ਗੱਲਾਂ ਜਿਹੜੀਆਂ ਸਾਡੇ ਦਿਮਾਗ ਵਿੱਚ ਡਰ ਬਣ ਕੇ ਬੈਠੀਆਂ ਨੇ। ਹੁਣ ਇਹਨਾਂ ਨੇ ਸੋਚਿਆ ਵੀ ਕੋਈ ਇਦਾਂ ਦਾ ਹੋਏਗਾ ਡਰ ਜਾਏਗਾ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਲੋਕਾਂ ਦੀ ਗੱਲ ਸੁਣੀ ਹੈ, ਸੁਦਾ ਲਗੀ ਮੋਕੋ ਬੜੀ। ਮਹਾਰਾਜ ਨੇ ਆਖਿਆ ਵੀ ਫਿਰ ਕੀ ਹੋ ਗਿਆ ਜੇ ਚੁੱਲ੍ਹਾ ਬਾਲ ਲਿਆ, ਜੇ ਭੋਜਨ ਛਕ ਲਿਆ ਤੇ ਕੀ ਇੱਥੇ ਆਫਤ ਆ ਗਈ? ਚੋਦਾ ਲੱਗੀ, ਭੁੱਖ ਸਾਨੂੰ ਲੱਗੀ ਹੋਈ ਸੀ। ਹਿਤ ਆਹਾਰ ਕਿਸ ਕੀਤ। ਕਹਿੰਦੇ ਨੇ ਅਸੀਂ ਭੁੱਖ ਲੱਗੀ ਬਹੁਤ ਹੋਈ ਸੀ ਜਿਹਦੇ ਕਰਕੇ ਇਹ ਅਸੀਂ ਭੋਜਨ ਛਕ ਲਿਆ। ਦਿਜ ਤਬ ਬੋਲੇ ਬਚਨ ਕਠੋਰਾ। ਉਹ ਅੱਗੋਂ ਕਹਿੰਦੇ ਕਠੋਰ, ਕਿਉਂਕਿ ਗੁੱਸੇ ਵਿੱਚ ਆਇਆ ਬੰਦਾ ਪਿਆਰ ਵਾਲੇ ਜਿਹੜੇ ਨੇ ਕੋਮਲ ਬੋਲ ਨਹੀਂ ਬੋਲੇਗਾ, ਕਠੋਰ ਬੋਲ ਬੋਲੇਗਾ। ਕਹਿੰਦੇ ਗੁੱਸੇ ਵਿੱਚ ਆਏ ਜਿਹੜੇ ਪੰਡਤ ਲੋਕ ਸਨ ਇਹਨਾਂ ਨੇ ਕਠੋਰਤਾ ਵਾਲੇ ਬੋਲ ਗੁਰੂ ਸਾਹਿਬ ਜੀ ਨੂੰ ਬੋਲੇ ਹਨ। ਮਾਰੋ ਹੋਇ ਸੇ ਨਾ ਲਾਭ ਹੋ ਬੇਰਾ। ਕਠੋਰ ਬੋਲ ਬੋਲਦਿਆਂ ਆਪਣੇ ਸਾਥੀਆਂ ਨੂੰ ਪਤਾ ਕੀ ਕਹਿੰਦੇ ਆ? ਕਹਿੰਦੇ ਮਾਰੋ ਇਸੇ, ਵੀ ਇਹਨੂੰ ਮਾਰੋ। ਇਹਨੇ ਧਰਮ ਦੀ ਗੱਲ ਨਹੀਂ, ਧਰਮ ਤੋਂ ਉਲਟ ਜਿਹੜੀ ਆ ਉਹ ਗੱਲ ਕੀਤੀ ਹੈ। ਅਸ ਕੁਕਾਜ ਕੋ ਕਰੇ ਨ ਫੇਰਾ। ਇਸ ਤਰ੍ਹਾਂ ਦਾ ਕੁਕਾਜ ਕੋਈ ਦੁਬਾਰਾ ਨਾ ਕਰ ਸਕੇ। ਇਹ ਜਿਹੜਾ ਸੋਚ ਪੈਦਾ ਕੀਤੀ ਗਈ ਨਾ ਪੁਰਾਤਨ ਸਮੇਂ ਵਿੱਚ, ਇਹ ਇਸੇ ਲਈ ਸੀ ਵੀ ਤੁਹਾਨੂੰ ਗਿਆਨ ਮਿਲੇ ਹੀ ਨਾ, ਤੁਸੀਂ ਅਧੂਰੇ ਰਹੋ ਤੇ ਜਿੱਦਾਂ ਤੁਹਾਨੂੰ ਕਹਿ ਦਈਏ ਬਸ ਉਸੇ ਤਰ੍ਹਾਂ ਤੁਸੀਂ ਤੁਰੇ ਰਹੋ। ਜਦੋਂ ਤੁਹਾਨੂੰ ਸੋਚੀ ਆ ਜਾਏਗੀ ਫਿਰ ਤੁਸੀਂ ਉਹਨੂੰ ਸੋਚੋਗੇ, ਸਮਝ ਕੇ ਚੱਲੋਗੇ ਵੀ ਨਹੀਂ ਆਹ ਗੱਲ ਗਲਤ ਹੈ ਤੇ ਆਹ ਗਲਤ ਸਹੀ ਹੈ, ਗੱਲ ਸਹੀ ਹੈ। ਪਰ ਜਦੋਂ ਤੁਹਾਨੂੰ ਗਿਆਨ ਮਿਲੇਗਾ ਹੀ ਨਹੀਂ ਤੇ ਫਿਰ ਤੁਸੀਂ ਸੋਚੋ ਵਿਚਾਰੋਗੇ ਕਿੱਥੋਂ? ਪੁਰਾਤਨ ਸਮੇਂ ਵਿੱਚ ਧਰਮ ਗ੍ਰੰਥ ਸੁਣਨ ਦੀ ਇਜਾਜ਼ਤ ਕਿਉਂ ਨਹੀਂ ਸੀ ਦਿੱਤੀ ਜਾਂਦੀ? ਤਾਂ ਕਿ ਤੁਹਾਨੂੰ ਸੋਝੀ ਨਾ ਹੋ ਜਾਏ।
ਤੁਹਾਨੂੰ ਗਿਆਨ ਨਾ ਹੋ ਜਾਏ। ਤੇ ਕੀ ਕੀਤਾ ਜਾਂਦਾ ਸੀ, ਜੇ ਕੋਈ ਸੁਣ ਲੈਂਦਾ ਸੀ ਕਹਿੰਦੇ ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦੇਣਾ, ਤਾਂ ਕਿ ਦੂਜਾ ਕੋਈ ਹਿੰਮਤ ਨਾ ਕਰੇ, ਉਹ ਡਰ ਜਾਏ ਕਿ ਜੇ ਕੱਲ ਨੂੰ ਮੈਂ ਇਹ ਕੀਤਾ ਤੇ ਮੇਰੇ ਵੀ ਕੰਨਾਂ 'ਚ ਸਿੱਕਾ ਢਾਲ ਕੇ ਪਾ ਦੇਣ। ਉਹ ਡਰ ਬੈਠ ਗਿਆ। ਹੁਣ ਐਸਾ ਡਰ ਬੈਠਾ, ਲੋਕ ਉਸ ਪਾਸੇ ਤੁਰੇ ਹੀ ਨਹੀਂ। ਇਹਨਾਂ ਨੇ ਆਖਿਆ ਵੀ ਮਾਰੋ ਇਹਨੂੰ, ਇੰਨਾ ਕੁ ਮਾਰੋ ਕਿ ਲੋਕ ਡਰ ਜਾਣ, ਕੱਲ ਨੂੰ ਕੋਈ ਉੱਠ ਕੇ ਇਸ ਤਰ੍ਹਾਂ ਦਾ ਕੁਕਰਮ ਨਾ ਕਰ ਸਕੇ। ਧਰਮ ਰੀਤ ਇਨ ਦੀਨ ਬਿਗਾਰੀ, ਇਹਨਾਂ ਨੇ ਧਰਮ ਦੀ ਰੀਤ ਨੂੰ ਵਿਗਾੜ ਦਿੱਤਾ ਹੈ। ਅਗ ਨਾ ਹੋਤ ਐਸਨ ਕੋ ਮਾਰੀ, ਕਹਿੰਦੇ ਇਸ ਤਰ੍ਹਾਂ ਦੀ ਮਾਰ ਇਹਨਾਂ ਨੂੰ ਮਾਰੋ ਕਿ ਦੁਬਾਰਾ ਇਹ ਕੰਮ ਨਾ ਕਰ ਸਕਣ। ਗੁਰੂ ਕਹੈ ਬਲ ਕਰੋ ਹੋ ਜੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੁਸਕਰਾ ਪਏ, ਕਿਉਂਕਿ ਗੁਰਬਾਣੀ ਸਾਨੂੰ ਪਤਾ ਕੀ ਸਿਖਾਉਂਦੀ ਹੈ। ਗੁਰਬਾਣੀ ਸਿਖਾਉਂਦੀ, ਦੇਖੋ ਪੜ੍ਹਨੀ ਸੌਖੀ ਹੈ, ਮੇਰੇ ਲਈ ਵੀ ਸੌਖੀ ਹੈ, ਸੁਣਨੀ ਵੀ ਸੌਖੀ ਹੈ, ਪਰ ਉਹਦੇ ਤੇ ਅਮਲ ਕਰਨਾ ਬੜਾ ਔਖਾ ਹੈ। ਜੀਵਨ ਬਣਾਉਣਾ ਹੀ ਔਖਾ ਹੈ। ਬਾਣੀ ਤੇ ਆਪਾਂ ਰੋਜ਼ ਪੜ੍ਹਦੇ ਹੀ ਪਏ ਹਾਂ, ਪਰ ਬਾਣੀ ਤੇ ਅਮਲ ਕਿੰਨਾ ਕੁ ਕਰਦੇ ਪਏ ਹਾਂ। ਫਰੀਦਾ ਬੁਰੇ ਦਾ ਭਲਾ ਕਰ। ਹੁਣ ਸਾਨੂੰ ਕੋਈ ਕਠੋਰ ਬੋਲ ਕੇ ਵੇਖੇ, ਅਸੀਂ ਉਸੇ ਵੇਲੇ ਗਰਦਨ ਤੋਂ ਪਕੜ ਲਾਂਗੇ ਕਿ ਤੂੰ ਮੈਨੂੰ ਇਸ ਤਰ੍ਹਾਂ ਬੋਲਣ ਵਾਲਾ ਕੌਣ ਹੁੰਦਾ। ਸਾਡੀ ਕੋਈ ਮਾੜੀ ਜੀ ਨਿੰਦਾ ਬੁਰਾਈ ਕਰਕੇ ਵੇਖੇ, ਅਸੀਂ ਉਹਦੇ ਘਰ ਜਾਂਦੇ ਹਾਂ ਲੜਨ ਵਾਸਤੇ ਵੀ ਤੂੰ ਮੇਰੇ ਬਾਰੇ ਇਦਾਂ ਕਿਉਂ ਕਿਹਾ। ਪਰ ਗੁਰਬਾਣੀ ਤੇ ਨਹੀਂ ਇਹ ਸਿਖਾਉਂਦੀ ਸਾਨੂੰ। ਗੁਰਬਾਣੀ ਵਿੱਚ ਭਗਤ ਜੀ ਕਹਿੰਦੇ ਜੇ ਕੋਈ ਤੁਹਾਡੀ ਨਿੰਦਾ ਕਰਦਾ ਨਾ ਬੁਰਾਈ, ਉਹਦੇ ਘਰ ਜਾ ਕੇ ਕਹੋ ਵੀ ਤੂੰ ਹੋਰ ਕਰਿਆ ਕਰ, ਤੂੰ ਹੋਰ ਕਰਿਆ ਕਰ, ਤੇਰੀ ਬੁਰਾਈ ਨਿੰਦਾ ਕਰਨ ਨਾਲ ਮੈਨੂੰ ਖੁਸ਼ੀ ਮਿਲਦੀ ਹੈ। ਇਹੀ ਤੇ ਭਗਤਾਂ ਤੇ ਸੰਸਾਰੀਆਂ 'ਚ ਫਰਕ ਹੈ। ਸੰਸਾਰੀ ਨੂੰ ਕਰੋ ਗੁੱਸਾ ਆ ਜਾਂਦਾ ਵੀ ਮੈਂ ਅੱਜ ਇਹਨੂੰ ਛੱਡਣਾ ਨਹੀਂ, ਇਹਨੇ ਮੇਰੇ ਬਾਰੇ ਇਹ ਗੱਲ ਆਖੀ ਹੈ, ਪਰ ਭਗਤ ਹੱਸ ਕੇ ਕਹਿੰਦੇ ਭਲਿਆ ਹੋਰ ਕਰਿਆ ਕਰ, ਕਿਉਂਕਿ ਤੂੰ ਮੈਨੂੰ ਬੁਰਾ ਕਹਿਣਾ ਤੇ ਮੈਨੂੰ ਚੰਗਾ ਲੱਗਦਾ ਹੈ। ਇਹੀ ਤੇ ਫਰਕ ਹੈ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਿਉਂ ਨਹੀਂ ਆਇਆ, ਇੱਥੇ ਆ ਸੋਚ ਵਿੱਚ ਫਰਕ ਹੈ। ਹੁਣ ਭਗਤ ਜੀ ਕਹਿੰਦੇ ਨਿੰਦੋ ਮੋਕੋ ਲੋਕ ਨਿੰਦੋ, ਜਿੰਨਾ ਨਿੰਦਾ ਕਰ ਸਕਦੇ ਹੋ ਕਰੋ, ਮੈਨੂੰ ਕੋਈ ਤਕਲੀਫ ਨਹੀਂ ਹੋਏਗੀ। ਦੂਜੇ ਪਾਸੇ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਏ। ਹੁਣ ਜੇ ਇਹਨਾਂ ਨੇ ਬੁਰੇ ਸ਼ਬਦ ਵਰਤਿਆ, ਪਰ ਗੁਰੂ ਸਾਹਿਬ ਨੇ ਇਹਨੇ ਵੀ ਅੱਗੋਂ ਜਵਾਬ ਵੀ ਇਹਨਾਂ ਨੂੰ ਇਸ ਤਰ੍ਹਾਂ ਦਾ ਦਿੱਤਾ। ਇੱਕ ਬੰਦਾ ਕਹਿੰਦਾ ਜੀ ਇਹਨੇ ਮੈਨੂੰ ਮਾੜਾ ਸ਼ਬਦ ਵਰਤਿਆ, ਤੇ ਦੂਜਾ ਕਹਿੰਦਾ ਜੀ ਮੈਂ ਤੇ ਇੱਕ ਵਰਤਿਆ, ਇਹਨੇ ਦੋ ਵਰਤਿਆ, ਤੇ ਫਿਰ ਦੋਵਾਂ 'ਚ ਫਰਕ ਕੀ ਹੋ ਗਿਆ, ਅਸੀਂ ਦੋਵੇਂ ਫਿਰ ਇੱਕੋ ਜਿਹੇ ਹੋ ਗਏ। ਇਸ ਲਈ ਗੁਰੂ ਸਾਹਿਬ ਨੇ ਬੜੇ ਠਰਮੇ ਨਾਲ, ਬੜੇ ਪਿਆਰ ਨਾਲ, ਨਿਮਰਤਾ ਵਿੱਚ ਆ ਕੇ ਜਵਾਬ ਦਿੱਤਾ ਵੀ ਭਲਿਓ ਲੋਕੋ, ਵਿਦਵਤਾ ਦਾ ਇੰਨਾ ਮਾਣ ਨਹੀਂ ਕਰੀਦਾ। ਜੇ ਤੁਹਾਨੂੰ ਗਿਆਨ ਹੈ ਤੇ ਇੰਨਾ ਹੰਕਾਰ ਕਰਕੇ ਲੋਕਾਂ ਨੂੰ ਭਰਮ ਵਿੱਚ ਨਾ ਪਾਓ, ਲੋਕਾਂ ਅੰਦਰ ਇਹੋ ਜਿਹੇ ਨਾਮ ਦੇ ਕੇ ਡਰਾਵੇ ਪੈਦਾ ਨਾ ਕਰੋ, ਇਹੋ ਜਿਹੇ ਡਰਾਵੇ ਦੇ ਕੇ ਲੋਕਾਂ ਨੂੰ ਲੁੱਟੋ ਨਾ। ਜੇ ਤੁਹਾਡੇ ਵਿੱਚ ਬਲ ਹੈ ਤੇ ਤੁਸੀਂ ਆਪਣਾ ਪ੍ਰਹਾਰ ਕਰ ਸਕਦੇ ਹੋ। ਖਤਨ ਬਿਖੈ ਹਿਤ ਹੋਏ, ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਜੇ ਤੁਸੀਂ ਮਾਰਨ ਵਾਸਤੇ ਆਏ ਹੋ ਤੇ ਆਪਣਾ ਜੋ ਤੁਸੀਂ ਕਰਮ ਕਰਨਾ ਚਾਹੁੰਦੇ ਹੋ ਉਹ ਕਰਕੇ ਵੇਖ ਲਵੋ। ਜਿਉ ਮਨ ਹੈ ਤਿਉ ਕਰੋ। ਪਰ ਇੱਕ ਗੱਲ ਧਿਆਨ 'ਚ ਰੱਖਿਓ, ਜੇ ਮਾਰਨਾ ਹੈ ਤੇ ਆਪਣੇ ਮਨ ਵਿੱਚੋਂ ਮਾਣ ਨੂੰ ਮਾਰੋ, ਜੇ ਮਾਰਨਾ ਹੈ ਤੇ ਆਪਣੇ ਮਨ ਵਿੱਚੋਂ ਹੰਕਾਰ ਨੂੰ ਮਾਰੋ। ਜਦੋਂ ਗੁਰੂ ਸਾਹਿਬ ਕੋਲ ਆਉਂਦੇ ਆ ਤੇ ਸਾਨੂੰ ਵੀ ਤਾਂ ਮਹਾਰਾਜ ਕਹਿੰਦੇ ਆ, ਮਹਾਰਾਜ ਕਹਿੰਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣ ਕਾ ਤਾਓ ਆਓ ਹਮਾਰੇ ਪਾਸ। ਇੱਥੇ ਮਹਾਰਾਜ ਸਾਨੂੰ ਵੀ ਕਹਿੰਦੇ ਆ, ਕਹਿੰਦੇ ਆਪਣੇ ਅੰਦਰ ਦੇ ਮੈਂ ਨੂੰ ਖਤਮ ਕਰ। ਇਹਨਾਂ ਨੂੰ ਵੀ ਮਹਾਰਾਜ ਨੇ ਆਖਿਆ, ਕਹਿੰਦੇ ਮਾਰੋ, ਮੈਂ ਤੁਹਾਨੂੰ ਰੋਕਦਾ ਨਹੀਂ, ਪਰ ਸੱਚ ਤਾਂ ਇਹ ਹੈ ਕਿ ਤੁਹਾਨੂੰ ਆਪਣੇ ਮਨ ਵਿੱਚੋਂ ਮਾਣ ਮਾਰਨ ਦੀ ਲੋੜ ਹੈ। ਆਪਣੇ ਅੰਦਰ ਦੇ ਹੰਕਾਰ ਨੂੰ ਮਾਰਨਾ ਕਰੋ। ਅਬ ਵਰਜਤ ਇਹਾ ਨਾ ਕੋਏ, ਕੋਈ ਨਹੀਂ ਤੁਹਾਨੂੰ ਇੱਥੇ ਵਰਜਦਾ ਰੋਕਦਾ। ਜੋ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਕਰਦੇ ਹੋ, ਕਿਉਂਕਿ ਤੁਸੀਂ ਆਪਣੇ ਆਪ ਨੂੰ ਗਿਆਨਵਾਨ ਸਮਝਦੇ ਹੋ। ਜੇ ਤੁਮ ਹਮਸੋ ਚਰਚਾ ਕਰਨੀ, ਹਾਂ, ਜੇ ਤੁਸੀਂ ਬੈਠ ਕੇ ਸਾਡੇ ਨਾਲ ਚਰਚਾ ਕਰਨੀ ਹੈ, ਵਿਚਾਰ ਕਰਨੀ ਹੈ। ਦੇਖੋ ਲੜਾਈ ਵਿੱਚ ਮਾਰ ਧਾੜ ਵਿੱਚ ਕੁਝ ਨਹੀਂ ਹੁੰਦਾ, ਜਿੰਨਾ ਮਰਜ਼ੀ ਵਾਦ ਵਿਵਾਦ ਝਗੜਾ ਜਿੰਨਾ ਮਰਜ਼ੀ ਵਧਾ ਲਓ, ਪਰ ਉਹਦੇ ਵਿੱਚੋਂ ਨਤੀਜਾ ਕੁਝ ਨਹੀਂ ਨਿਕਲਣਾ, ਸਿੱਟਾ ਕੁਝ ਨਹੀਂ ਨਿਕਲਣਾ। ਅਖੀਰ ਫੈਸਲਾ ਤੇ ਫਿਰ ਦੋ ਧਿਰਾਂ ਨੂੰ ਬੈਠ ਕੇ ਕਰਨਾ ਪੈਂਦਾ। ਲੜਾਈ ਹੈ ਗੁੱਸੇ ਵਿੱਚ ਆ ਕੇ ਜਿੰਨੀ ਮਰਜ਼ੀ ਵਧਾ ਲਓ, ਪਰ ਜਦੋਂ ਫੈਸਲਾ ਹੋਣਾ ਹੈ ਤੇ ਫਿਰ ਬੈਠ ਕੇ ਵਿਚਾਰ ਕੇ ਹੀ ਫੈਸਲਾ ਹੋਣਾ ਹੈ। ਤੇ ਫਿਰ ਲੜਾਈ ਲੜਨ ਤੋਂ ਪਹਿਲਾਂ ਵਿਚਾਰ ਕੇ ਬੈਠ ਕੇ ਫੈਸਲਾ ਕਰ ਲਈਏ। ਮਹਾਰਾਜ ਨੇ ਆਖਿਆ ਆਪਣੇ ਮਨ ਦੇ ਹੰਕਾਰ ਨੂੰ ਮਾਰੋ ਪਹਿਲਾਂ, ਉਹ ਇੱਕਦਮ ਰੁਕ ਗਏ ਵੀ ਇਹ ਕੀ। ਫਿਰ ਸਾਹਿਬ ਨੇ ਆਖਿਆ ਵੀ ਇਦਾਂ ਕਰੋ, ਜੋ ਤੁਮ ਹਮਸੋ ਚਰਚਾ ਕਰਨੀ, ਜੇ ਤੁਸੀਂ ਸਾਡੇ ਨਾਲ ਚਰਚਾ ਵਿਚਾਰ ਕਰਨਾ ਚਾਹੁੰਦੇ ਹੋ। ਧਰਮ ਅਧਰਮ ਰੀਤ ਜਿਉ ਬਰਨੀ, ਇਹ ਧਰਮੀ ਕੀ ਹੁੰਦਾ ਤੇ ਅਧਰਮੀ ਕੀ ਹੁੰਦਾ ਹੈ। ਧਰਮ ਕਿਹਨੂੰ ਕਹਿੰਦੇ ਆ ਤੇ ਅਧਰਮ ਕਿਹਨੂੰ ਕਹਿੰਦੇ ਆ। ਕਹਿੰਦੇ ਨੇ ਸ਼ਗਨ ਕਿਹਨੂੰ ਕਹਿੰਦੇ ਆ, ਅਪਸ਼ਗਨ ਕਿਹਨੂੰ ਕਹਿੰਦੇ ਆ, ਵੀ ਕਿਹੜਾ ਦਿਨ ਮਾੜਾ ਕਿਹੜਾ ਦਿਨ ਚੰਗਾ ਬੈਠ ਕੇ ਵਿਚਾਰ ਕਰਨਾ ਕਰੋ। ਤੋ ਪੰਡਤ ਸਭ ਮਿਲ ਸੰਨਿਆਸੀ, ਉਹਨੇ ਆਖਿਆ ਠੀਕ ਹੈ, ਜੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਵੀ ਤੁਸੀਂ ਸਾਡੇ ਨਾਲ ਚਰਚਾ ਕਰਨੀ ਹੈ ਤੇ ਠੀਕ ਹੈ, ਅਸੀਂ ਤੁਹਾਡੇ ਨਾਲ ਵਿਚਾਰ ਕਰਨ ਨੂੰ ਤਿਆਰ ਹਾਂ। ਗੁਰੂ ਨਾਨਕ ਸਾਹਿਬ ਜੀ ਬੈਠੇ ਨੇ ਤੇ ਜਿੰਨੇ ਵੀ ਕਹਿੰਦੇ ਇਸ ਇਲਾਕੇ ਵਿੱਚ ਪੰਡਤ ਸਭ ਮਿਲ ਸੰਨਿਆਸੀ, ਜਿੰਨੇ ਵੀ ਸੰਨਿਆਸੀ ਲੋਕ ਸੀ ਸਾਰੇ ਮਿਲ ਕੇ ਆਉਣੇ ਸ਼ੁਰੂ ਹੋ ਗਏ। ਆਏ ਕਰੋ ਚਰਚਾ ਹਮ ਪਾਸੀ, ਸਾਰੇ ਗੁਰੂ ਸਾਹਿਬ ਕੋਲ ਆ ਕੇ ਵਿਦਵਤਾ ਨਾਲ ਭਰਪੂਰ, ਗਿਆਨ ਨਾਲ ਭਰਪੂਰ, ਜਿਹੜੇ ਆਪਣੇ ਆਪ ਨੂੰ ਸਮਝਦੇ ਆ ਪੰਡਤ ਸੰਨਿਆਸੀ, ਸਾਰੇ ਆ ਕੇ ਬੈਠਣੇ ਸ਼ੁਰੂ ਹੋ ਗਏ। ਸੁਨੇ ਸਤੀਰਜ ਬਚਨਾ ਜਬਹੀ, ਮਹਾਰਾਜ ਜੀ ਨੇ ਧੀਰਜ ਨਾਲ ਬਚਨ ਸੁਣਿਆ, ਉਤਾਵਲੇ ਪੰਨ 'ਚ ਕਾਲੇ ਪੰਨ ਦੇ ਵਿੱਚ ਨਹੀਂ, ਬੜੇ ਧੀਰਜਵਾਨ ਹੋ ਕੇ ਟਿਕ ਕੇ ਇੱਕ ਇੱਕ ਦੀ ਗੱਲ ਨੂੰ ਸੁਣਦੇ ਹਨ। ਮਿਲ ਆਏ ਪੰਡਿਤ ਜੇ ਸਭੀ, ਜਿੰਨੇ ਵੀ ਇਸ ਇਲਾਕੇ ਦੇ ਪੰਡਤ ਸੀ ਸਾਰੇ ਇਕੱਠੇ ਹੋ ਕੇ ਆ ਗਏ ਹਨ। ਵਿਦਿਆਵਾਨ ਹੁਤੈ ਸੰਨਿਆਸੀ, ਜਿਹੜੇ ਸੰਨਿਆਸੀ ਆਪਣੇ ਆਪ ਨੂੰ ਵਿਦਿਆਵਾਨ ਸਮਝਦੇ ਹਨ। ਅਪਰ ਲੋਕ ਆਏ ਬਹੁ ਪਾਸੀ, ਅਪਰ ਲੋਕ ਦਾ ਮਤਲਬ ਹੈ ਹੋਰ ਜਿੰਨੇ ਲੋਕ ਨੇ ਕੁਰੂਖੇਤਰ ਦੇ ਵਿੱਚ ਪੰਡਤ ਔਰ ਸੰਨਿਆਸੀ ਤੋਂ ਇਲਾਵਾ ਜਿਹੜੇ ਲੋਕ ਨੇ ਉਹ ਵੀ ਕਹਿੰਦੇ ਦੇਖਣ ਆਏ ਹਨ। ਇਕ ਨਾਨੂ ਸੋ ਪੰਡਿਤ ਭਾਰੀ, ਇਹਨਾਂ ਸਾਰਿਆਂ ਹੀ ਪੰਡਤਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਵਿਦਵਤਾ ਰੱਖਣ ਵਾਲਾ ਪੰਡਤ ਧਿਆਨ ਰੱਖਿਓ, ਸਾਰੇ ਮਾੜੇ ਵੀ ਨਹੀਂ ਹੁੰਦੇ। ਬਕਾਇਦਾ ਇਹਨਾਂ ਦੇ ਲੱਛਣ ਦੱਸੇ ਗਏ ਆ ਵੀ ਕਿਹਨੂੰ ਪੰਡਤ ਕਿਹਨੂੰ ਕਹਿੰਦੇ ਆ, ਸੰਨਿਆਸੀ ਕਿਹਨੂੰ ਕਹਿੰਦੇ ਆ, ਗਿਆਨੀ ਕਿਹਨੂੰ ਕਹਿੰਦੇ ਆ। ਸਾਰੀ ਪਰਿਭਾਸ਼ਾ ਗੁਰੂ ਸਾਹਿਬ ਨੇ ਦਿੱਤੀ ਆ ਬਾਣੀ 'ਚ। ਸੋ ਪੰਡਤ ਜੋ ਮਨ ਪਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧਿਆ, ਇਹਨੂੰ ਪੰਡਤ ਕਹਿੰਦੇ ਆ। ਇਸ ਲਈ ਮਹਾਰਾਜ ਨੇ ਆਖਿਆ, ਕਹਿੰਦੇ ਨੇ ਬੈਠ ਕੇ ਚਰਚਾ ਕਰ ਲਈਏ, ਵਿਚਾਰ ਕਰ ਲਈਏ, ਦੇਖ ਲੈਂਦੇ ਆ ਧਰਮੀ ਕੌਣ ਹੈ ਤੇ ਅਧਰਮੀ ਕੌਣ ਹੈ। ਹੁਣ ਇਹਨਾਂ ਵਿੱਚੋਂ ਦੀ ਇੱਕ ਬਹੁਤ ਵੱਡਾ ਵਿਦਵਤਾ ਨਾਲ ਭਰਪੂਰ ਪੰਡਤ ਜਿਹਦਾ ਨਾਮ ਭਾਈ ਨਾਨੂ ਹੈ। ਇਹਨਾਂ ਦੇ ਗਵੀਜੈ ਜਗਤ ਮਜਾਰੀ, ਕਹਿੰਦੇ ਇਹਨੂੰ ਦਿਗ ਵਿਜੈ ਕਹਿੰਦੇ ਆ। ਵਿਦਿਆ ਨਾਲ ਜਿੰਨੇ ਵੀ ਪੰਡਤ ਇਕੱਠੇ ਹੋਏ ਨਾ ਕੁਰੂਖੇਤਰ ਵਿੱਚ, ਸਭ ਤੋਂ ਵੱਡਾ ਇਹ ਭਾਈ ਨਾਨੂ ਨੂੰ ਮੰਨਦੇ ਆ ਵੀ ਇਹਦੇ ਕੋਲ ਵਿਦਵਤਾ ਬਹੁਤ ਹੈ। ਪੜਿਓ ਭਵਿਖਤ ਜੋ ਪੁਰਾਣਾ, ਇਹਨੇ ਕਹਿੰਦੇ ਨੇ ਇੰਨਾ ਅਭਿਆਸ ਕੀਤਾ ਹੋਇਆ ਸੀ ਕਿ ਇਹਨੂੰ ਇੱਕ ਆਉਣ ਵਾਲੇ ਸਮੇਂ ਦਾ ਗਿਆਨ ਇਹਨੂੰ ਸੀ ਕਿ ਆਉਣ ਵਾਲੇ ਸਮੇਂ ਵਿੱਚ ਜਹ ਮਹਿ ਸ੍ਰੀ ਗੁਰ ਸੂਚ ਸਮਹਾਨਾ, ਇਹਨੂੰ ਪਤਾ ਸੀ ਕਿ ਕੱਲ ਤਾਰਨ ਗੁਰ ਨਾਨਕ ਆਇਆ। ਇਸ ਕਲਯੁਗ ਦੇ ਵਿੱਚ ਜੀਆਂ ਨੂੰ ਤਾਰਨ ਵਾਲਾ ਇੱਕ ਨਾਨਕ ਹੈ ਜੋ ਇਸ ਜੀਆਂ ਨੂੰ ਤਾਰਨ ਵਾਲਾ ਹੈ। ਆਪਨ ਆਪ ਕੋ ਸੋ ਲਖ ਪਾਵਾ, ਕਹਿਣ ਲੱਗੇ ਉਹ ਆਪਣੇ ਆਪ ਦੇ ਵਿੱਚ ਨਿਰੰਕਾਰ ਦਾ। ਹੁਣ ਕਿਹਨੂੰ ਪਤਾ ਹੈ, ਸਾਰੇ ਜਿੰਨੇ ਵੀ ਪੰਡਤ ਬੈਠੇ ਆ ਉਹਨਾਂ ਸਾਰਿਆਂ ਵਿੱਚੋਂ ਇੱਕ ਬਹੁਤ ਵਿਦਵਤਾ ਦਾ ਮਾਲਕ ਹੈ ਭਾਈ ਨਾਨੂ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਬਾਰੇ ਪਤਾ ਹੈ। ਨਾਮ ਸੋ ਨਾਨਕ ਚੰਦ ਤਰਾਵਾ, ਔਰ ਇਹਨੇ ਸੁਣਿਆ ਵੀ ਹੋਇਆ ਕਿ ਨਾਮ ਨਾਨਕ ਚੰਦ ਜਿਹੜਾ ਹੈ ਉਹ ਰੱਖਿਆ ਗਿਆ, ਭਾਵ ਨਾਨਕ ਜੀ ਉਹਨਾਂ ਦਾ ਨਾਮ ਹੈ। ਸ੍ਰੀ ਨਾਨਕ ਕਲ ਹਵੈ ਅਵਤਾਰਾ, ਔਰ ਉਹ ਕੱਲ ਦੇ
ਅਵਤਾਰ ਭਾਵ ਕਿ ਇਸ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਆਏ ਆ, ਦੰਭ ਨੂੰ ਪਖੰਡ ਨੂੰ ਨਾਸ਼ ਕਰਨ ਆਏ ਹਨ। ਬਹੁਤ ਨਰਨ ਕੋ ਕਰਹਿ ਉਦਾਰਾ। ਉਹਨਾਂ ਨੇ ਬੜੇ ਹੀ ਜੀਆਂ ਦਾ ਉਧਾਰ ਕੀਤਾ ਹੈ ਔਰ ਬੜਿਆਂ ਦਾ ਉਧਾਰ ਉਹਨਾਂ ਨੇ ਕਰਨਾ ਹੈ। ਕਿਸੇ ਵਿਦਵਾਨ ਨੇ ਆਖਿਆ ਕਿ ਆਸਮਾਨ ਦੇ ਤਾਰੇ ਗਿਣੇ ਜਾ ਸਕਦੇ ਆ, ਜੇ ਕੋਸ਼ਿਸ਼ ਕਰੀਏ ਗਿਣੇ ਜਾ ਸਕਦੇ ਆ, ਪਰ ਬਾਬੇ ਨਾਨਕ ਜੀ ਨੇ ਕਿੰਨੇ ਕੁ ਤਾਰੇ ਆ ਇਹ ਗਿਣੇ ਨਹੀਂ ਜਾ ਸਕਦੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਹੈ। ਇਸ ਲਈ ਕਹਿੰਦੇ ਨੇ ਭਾਈ ਨਾਨੂ ਨੂੰ ਪਤਾ ਹੈ ਕਿ ਇੱਕ ਨਾਨਕ ਜੀ ਨੇ ਜਿਨ੍ਹਾਂ ਨੇ ਕਲਯੁਗ ਦੇ ਵਿੱਚ ਪ੍ਰਗਟ ਹੋਣਾ ਕੀਤਾ ਹੈ, ਬਹੁਤ ਨਰਨ ਕੋ ਕਰੇ ਉਧਾਰਾ, ਬੜੇ ਜੀਆਂ ਦਾ ਉਧਾਰ ਕੀਤਾ ਔਰ ਕਰਨਾ ਹੈ। ਸਿਮਰਨ ਨਾਮ ਭਗਤ ਵਿਸਤਾਰ ਹੈ। ਔਰ ਉਹ ਵੰਡਦੇ ਕੀ ਨੇ? ਬਿਨਾਂ ਕਿਸੇ ਵਿਤਕਰੇ ਦੇ, ਕਿਸੇ ਦਾ ਧਰਮ ਨਹੀਂ, ਵਰਨ ਨਹੀਂ, ਜਾਤ ਨਹੀਂ, ਪਾਤ ਨਹੀਂ, ਕੁਝ ਨਹੀਂ, ਸਿਰਫ ਇੱਕ ਇਨਸਾਨੀਅਤ ਤੌਰ ਤੇ ਕਿ ਸਾਰੇ ਹੀ ਪਰਮਾਤਮਾ ਦੇ ਜੀਵ ਨੇ। ਸਭ ਨੂੰ ਸਾਂਝਾ ਉਪਦੇਸ਼ ਕੀ ਦਿੰਦੇ ਆ? ਕਹਿਣ ਲੱਗੇ ਉਹ ਉਪਦੇਸ਼ ਦਿੰਦੇ ਆ ਪ੍ਰੇਮਾ ਭਗਤੀ ਦਾ, ਨਾਮ ਸਿਮਰਨ ਦਾ, ਬਿਨਾਂ ਕਿਸੇ ਵਿਤਕਰੇ ਦੇ। ਗੁਰਬਾਣੀ ਵਿੱਚ ਜਦੋਂ ਆਖਿਆ ਹਰ ਏਕ ਸਿਮਰ, ਏਕ ਸਿਮਰ, ਇਹ ਕਿਹਨੂੰ ਆਖ ਰਿਹਾ? ਇਹ ਹਰ ਇੱਕ ਇਨਸਾਨ ਨੂੰ ਆਖ ਰਿਹਾ। ਅਸੀਂ ਤੇ ਧਰਮਾਂ 'ਚ ਵੰਡੇ ਪਏ ਆ ਨਾ, ਅਸੀਂ ਮੁਲਕਾਂ 'ਚ ਵੰਡੇ ਪਏ ਆ, ਨਫ਼ਰਤ ਨਾਲ ਭਰੇ ਪਏ ਆ, ਹੰਕਾਰ ਨਾਲ ਭਰੇ ਪਏ ਆ, ਅਸੀਂ ਆਪਣੇ ਆਪਣੇ ਧੜੇ ਬਣਾ ਕੇ ਬੈਠੇ ਆ। ਪਰ ਗੁਰਬਾਣੀ ਕਿਸੇ ਇੱਕ ਧੜੇ ਨੂੰ ਨਹੀਂ ਸਮਝਾਉਂਦੀ, ਗੁਰਬਾਣੀ ਕਿਸੇ ਇੱਕ ਧਰਮੀ ਨੂੰ ਨਹੀਂ ਸਮਝਾਉਂਦੀ, ਗੁਰਬਾਣੀ ਹਰ ਇੱਕ ਇਨਸਾਨ ਨੂੰ ਸਮਝਾਉਂਦੀ ਹੈ। ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ। ਹੁਣ ਇੱਥੇ ਨਾਮ ਤਾਂ ਕਿਸੇ ਦਾ ਨਹੀਂ ਲਿਆ, ਕਿਸੇ ਦੀ ਜਾਤ ਦਾ, ਕਿਸੇ ਦੀ ਬਰਾਦਰੀ ਦਾ, ਕਿਸੇ ਦੇ ਧਰਮ ਦਾ ਨਾਂ ਨਹੀਂ ਲਿਆ, ਕਿਉਂਕਿ ਇਹ ਸਰਬ ਸਾਂਝੀ ਬਾਣੀ ਹੈ। ਇਹ ਸਰਬ ਸਾਂਝਾ ਉਪਦੇਸ਼ ਦਿੰਦੀ ਹੈ। ਗੁਰੂ ਬਾਬੇ ਨਾਨਕ ਦਾ ਘਰ ਸਭਨਾਂ ਲਈ ਖੁੱਲਾ ਹੈ। ਇਹ ਦਰ ਕਦ ਕਿਸੇ ਲਈ ਬੰਦ ਨਾ ਹੋਇਆ ਤੇ ਨਾ ਹੋਣਾ। ਇਹ ਦਰਵਾਜ਼ਾ ਹਰ ਇੱਕ ਦੇ ਲਈ ਖੁੱਲਦਾ ਹੈ। ਕੋਈ ਇਹ ਨਹੀਂ ਕਹਿ ਸਕਦਾ ਤੂੰ ਫਲਾਣੇ ਧਰਮ ਦਾ, ਫਲਾਣੇ ਮੁਲਕ ਦਾ ਨਹੀਂ, ਕਿਉਂਕਿ ਇਹ ਸਰਬ ਸਾਂਝੀ ਬਾਣੀ ਹੈ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਸ ਲਈ ਮਾਰੇ ਆਖਿਆ ਇੱਕ ਨਾਮ ਸਿਮਰਨਾ ਹੈ। ਜਿੰਨੇ ਵੀ ਪ੍ਰਾਣੀ ਹੋ ਤੁਸੀਂ ਸਿਮਰਨ ਕਰਿਆ ਕਰੋ, ਪ੍ਰੇਮਾ ਭਗਤੀ ਦਾ ਜਾਗ ਆਪਣੇ ਅੰਦਰ ਲਾਓ ਜੇ ਇਸ ਭਵਜਲ ਵਿੱਚੋਂ ਤਰਨਾ ਚਾਹੁੰਦੇ ਹੋ। ਹੁਣ ਭਾਈ ਨਾਨੂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਭਗਤੀ ਦਾ ਜਾਗ ਲਾਉਣ ਆਏ ਨੇ, ਨਾਮ ਦਾ ਵਿਸਥਾਰ ਕਰਨ ਆਏ ਨੇ, ਸਿਮਰਨ ਜਿਹੜਾ ਹਰ ਇੱਕ ਦੇ ਅੰਦਰ ਇਹ ਜਾਗ ਲਾਉਣ ਆਏ ਨੇ ਕਿ ਪਰਮੇਸ਼ਵਰ ਦੀ ਬੰਦਗੀ ਕਰਿਆ ਕਰੋ। ਹੁਣ ਆਪਾਂ ਕਿੰਨੀ ਵਾਰੇ ਵਚਨ ਇੱਥੇ ਰਿਪੀਟ ਕੀਤੇ ਆ, ਕਰ ਬੰਦੇ ਤੂੰ ਬੰਦਗੀ। ਹੁਣ ਬੰਦਾ ਕਿਹਨੂੰ ਕਿਹਾ? ਸਾਰਿਆਂ ਨੂੰ ਹੀ ਕਿਹਾ। ਕੋਈ ਖੱਤਰੀ ਹੈ, ਕੋਈ ਬ੍ਰਾਹਮਣ ਹੈ, ਕੋਈ ਸ਼ੂਦਰ ਹੈ, ਕੋਈ ਵੈਸ਼ ਹੈ, ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਸਿੱਖ ਹੈ, ਕੋਈ ਈਸਾਈ, ਸਾਰਿਆਂ ਨੂੰ ਕਹਿ ਰਿਹਾ ਬੰਦਿਆ ਤੂੰ ਇਹ ਭਰਮ ਵਿੱਚੋਂ ਨਿਕਲ ਤੇ ਇੱਕ ਦੀ ਬੰਦਗੀ ਕਰਿਆ ਕਰ। ਤੂੰ ਬੰਦਗੀ ਕਰਨ ਵਾਸਤੇ ਤੈਨੂੰ ਰੱਬ ਨੇ ਬੰਦਾ ਬਣਾ ਕੇ ਭੇਜਿਆ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾ। ਹੁਣ ਉਹ ਭਾਈ ਨਾਨੂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਸਿਮਰਨ ਨਾਮ ਦਾ ਕਰਵਾਉਣ ਤੇ ਪ੍ਰੇਮਾ ਭਗਤੀ ਦਾ ਜਾਗ ਲਾਉਣ ਆਏ ਹਨ। ਦੰਭ ਕੁਕਰਮ ਸਰਬ ਨਿਰਭਰ ਹੈ। ਉਹ ਦੰਭ ਕਹਿੰਦੇ ਪਖੰਡ, ਪਖੰਡ ਦਾ ਨਾਸ਼ ਕਰਨ ਆਏ ਨੇ। ਔਰ ਜਿਹੜੇ ਲੋਕ ਕੁਕਰਮੀ ਨੇ ਉਹਨਾਂ ਨੂੰ ਜੀਵਨ ਜਾਚ ਸਿਖਾਉਣ ਆਏ ਹਨ। ਅਸਮਨ ਜਾਨ ਨਾਮ ਨਿਜ ਧਰਕੈ। ਇਸ ਤਰ੍ਹਾਂ ਮਨ ਵਿੱਚ ਭਾਈ ਨਾਨੂ ਨੇ ਮਨ ਵਿੱਚ ਇਹ ਧਾਰਿਆ ਹੋਇਆ ਹੈ ਕਿ ਇੱਕ ਦਿਨ ਮੈਂ ਐਸੇ ਨਾਨਕ ਜੀ ਦੇ, ਹਾਲਾਂਕਿ ਇਹ ਨਹੀਂ ਪਤਾ ਕਿ ਕੁਰੂਕਸ਼ੇਤਰ ਵਿੱਚ ਜਿਨ੍ਹਾਂ ਨਾਲ ਚਰਚਾ ਹੋਣੀ ਹੈ ਇਹੀ ਨਾਨਕ ਨੇ, ਇਹ ਪਤਾ ਨਹੀਂ ਹਜੇ, ਪਰ ਮਨ ਵਿੱਚ ਧਾਰਿਆ ਹੋਇਆ ਵੀ ਐਸੇ ਨਾਨਕ ਜੀ ਦੇ ਇੱਕ ਦਿਨ ਦਰਸ਼ਨ ਕਰਨੇ ਆ, ਐਸੇ ਨਾਨਕ ਜੀ ਨੂੰ ਇੱਕ ਦਿਨ ਮਿਲਣਾ ਹੈ। ਕਹਿੰਦੇ ਉਹ ਭਾਈ ਨਾਨੂ ਜਿੱਥੇ ਅਨੰਤ ਪੰਡਤ ਆ ਕੇ ਸੰਨਿਆਸੀ ਬੈਠੇ ਨੇ, ਇਹ ਵੀ ਕਹਿੰਦੇ ਉੱਥੇ ਆਇਆ ਹੈ। ਸੁਜ ਸਭਿਥਾਰਤ ਬਚਨ ਉਚਰਕੈ। ਕਹਿੰਦੇ ਨੇ ਸੋ ਜਸ ਆਪਣੇ ਅੰਦਰ ਗੁਰੂ ਬਾਬੇ ਨਾਨਕ ਜੀ ਦਾ ਜਸ ਗਾਉਂਦਾ ਹੈ। ਸੋ ਪੀ ਆਏ ਗਇਓ ਤੇ ਕਾਲੀ। ਕਹਿੰਦੇ ਸੋ ਪੀ, ਇਹ ਭਾਈ ਨਾਨੂ ਵੀ ਆ ਕੇ ਉੱਥੇ ਬੈਠਾ ਹੈ। ਭਈ ਪੀਰ ਇਸ ਥਾਨ ਵਿਸਾਲਾ। ਕਹਿੰਦੇ ਬਹੁਤ ਭੀੜ ਇਕੱਠੀ ਹੋ, ਪੰਡਤ ਵੀ ਬੈਠੇ ਆ, ਸੰਨਿਆਸੀ ਵੀ ਬੈਠੇ ਆ, ਗੁਰੂ ਨਾਨਕ ਸਾਹਿਬ ਜੀ ਵੀ ਬੈਠੇ ਆ, ਔਰ ਜਿੰਨੇ ਵੀ ਲੋਕ ਚਾਰੇ ਪਾਸੇ ਖਲੋਤੇ ਨੇ ਉਹ ਦੇਖਣ ਵਾਸਤੇ ਕਿ ਇਹ ਜਿਹੜੇ ਪੰਡਤ ਲੋਕ ਨੇ ਇਹ ਸੱਚ ਕਹਿ ਰਹੇ ਆ ਜਾਂ ਜੋ ਗੁਰੂ ਨਾਨਕ ਸਾਹਿਬ ਆ ਫਕੀਰ ਜਿਹੜਾ ਆਇਆ, ਕਿਉਂਕਿ ਪਤਾ ਕਿਸੇ ਨੂੰ ਵੀ ਨਹੀਂ ਕੌਣ ਆਇਆ ਵੀ ਆਹ ਫਕੀਰ ਜਿਹੜਾ ਆਇਆ ਇਹਨਾਂ ਨਾਲ ਕਿਹੜੀ ਚਰਚਾ ਇੱਥੇ ਬੈਠ ਕੇ ਹੋਏਗੀ। ਕਹਿੰਦੇ ਬਹੁਤ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸ੍ਰੀ ਨਾਨਕ ਤਬ ਬੈਨ ਉਚਾਰੇ। ਉਸ ਵੇਲੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਣਾ ਕੀਤਾ, ਕੋ ਅਮਿਕ ਹੈ ਮਤੇ ਤੁਮਾਰੇ। ਕਹਿੰਦੇ ਦੱਸੋ ਭਾਈ ਆਪਣੀ ਆਪਣੀ ਮਤ ਵੀ ਤੁਹਾਡੀ ਮਤ ਕੀ ਕਹਿੰਦੀ ਹੈ? ਬ੍ਰਾਹਮਣ ਕੋ ਇਹ ਧਰਮ ਲਾਵੇ। ਸਾਹਿਬ ਜੀ ਉਹਨਾਂ ਨੇ ਆਖਿਆ ਤੁਸੀਂ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਜੀ ਨੇ ਆਖਿਆ ਵੀ ਮੈਂ ਤੇ ਇਹ ਕਹਿਣਾ ਵੀ ਬ੍ਰਾਹਮਣ ਦਾ ਜਿਹੜਾ ਧਰਮ ਹੈ ਉਹ ਇਹ ਹੈ ਜੀ, ਵੇਦ ਪੜੇ ਅਰ ਯਗਿਆ ਕਰਾਵੇ। ਜਿਹੜਾ ਬ੍ਰਾਹਮਣ ਦਾ ਧਰਮ ਹੈ ਉਹ ਹੈ ਵੇਦ ਪੜੇ ਅਰ ਯਗਿਆ ਕਰਾਵੇ, ਇਹ ਉਹਦਾ ਧਰਮ ਹੈ। ਸਤਿ ਧਰਮ ਜੁਧ ਹਿਤ ਤਰਨਾ। ਔਰ ਛਤਰੀ ਦਾ ਧਰਮ ਹੈ ਯੁੱਧ ਜਿਹੜਾ ਉਹ ਕਰਨਾ। ਆ ਸਿੱਖ ਸੰਗ ਜਗਿਆ ਕੋ ਕਰਨਾ। ਕਹਿੰਦੇ ਨੇ ਸ਼ਸਤਰ ਧਾਰੀ ਹੋ ਕੇ ਛਤਰੀ ਦਾ ਕੰਮ ਹੈ ਕਿ ਵੈਰੀ ਦੇ ਨਾਲ, ਦੁਸ਼ਮਣ ਦੇ ਨਾਲ ਜੂਝਣਾ। ਹਮ ਨਿਜ ਧਰਮ ਵਿਖੇ ਹੈ ਠਾਂਡੇ। ਬਾਕੀ ਅਸੀਂ ਆਪਣੇ ਜੋ ਤੁਸੀਂ ਸਾਨੂੰ ਧਰਮੀ ਸ਼ਬਦ ਗੁੱਸੇ ਵਿੱਚ ਆ ਕੇ ਵਰਤਿਆ, ਅਸੀਂ ਆਪਣੇ ਧਰਮ ਵਿੱਚ ਟਿਕੇ ਹੋਏ ਹਾਂ। ਤੁਮ ਨੇ ਪੇਖਤ ਕਿਉਂ ਰਿਸ ਬਾਡੇ। ਇਹ ਤੁਹਾਨੂੰ ਨਹੀਂ ਨਜ਼ਰ ਆਇਆ ਤੇ ਰਿਸ ਤੁਸੀਂ ਗੁੱਸੇ ਨਾਲ ਭਰ ਗਏ ਹੋ। ਸੁਣ ਕਰ ਬੋਲੇ ਪੰਡਿਤ ਸਭ ਹੀ। ਜਿੰਨੇ ਵੀ ਉੱਥੇ ਲੋਕ ਵਿਦਵਤਾ ਨਾਲ ਭਰੇ ਕਹਿੰਦੇ ਸੀ ਅਸੀਂ ਗਿਆਨਵਾਨ ਆ, ਉਹ ਗੁਰੂ ਸਾਹਿਬ ਦੇ ਬਚਨ ਸੁਣ ਕੇ ਬੋਲੇ ਹਨ। ਖਤਰੀ ਨਿਕਟ ਸ਼ਸਤਰ ਹੋਵੇ ਸਦ ਹੀ। ਕਹਿੰਦੇ ਨੇ ਬ੍ਰਾਹਮਣ ਦੀ ਗੱਲ ਤੇ ਸਮਝ ਆ ਗਈ, ਵੇਦ ਪੜਿਆ ਯੱਗ ਕਰਾਵੇ। ਛਤਰੀ ਜਿਹੜਾ ਉਹ ਹੈ ਜਿਹਦੇ ਕੋਲ ਸ਼ਸਤਰ ਹੁੰਦੇ ਆ, ਪਰ ਤੁਸੀਂ ਆਪਣੇ ਆਪ ਨੂੰ ਜੇ ਛਤਰੀ ਕਹਾਉਂਦੇ ਹੋ। ਤੁਮ ਨੇ ਵੇਖ ਫਕੀਰੀ ਲੀਨੋ। ਪਰ ਤੁਹਾਡਾ ਤੇ ਭੇਖ ਫਕੀਰਾਂ ਵਾਲਾ ਲੱਗਦਾ ਹੈ। ਬਿਨਾ ਸ਼ਸਤਰ ਕਿਉਂ ਸਤਰੀ ਚੀਨੋ। ਤੁਹਾਡੇ ਕੋਲ ਸ਼ਸਤਰ ਹੀ ਕੋਈ ਨਹੀਂ ਹੈ ਤੇ ਤੁਸੀਂ ਛਤਰੀ ਕਿੱਥੋਂ ਹੋਵੋਗੇ? ਗੁਰੂ ਕਹੇ ਆ ਯੁਧਮ ਪਾਸੂ। ਮਹਾਰਾਜ ਕਹਿੰਦੇ ਆ ਜਿੰਨੇ ਵੀ ਤੁਸੀਂ ਬੈਠੇ ਹੋਏ ਹੋ ਮੁਬਾਰਕ ਹੈ, ਪਰ ਤੁਹਾਡੀ ਅੱਖ ਜਿਹੜੇ ਮੇਰੇ ਕੋਲ ਸ਼ਸਤਰ ਨੇ ਨਾ ਉਹ ਤੁਹਾਡੀ ਅੱਖ ਦੇਖ ਹੀ ਨਹੀਂ ਪਾ ਰਹੀ ਹੈ। ਉਚ ਰਹਿ ਨਾਮ ਸੁਨੋ ਮੈਂ ਤਾਸੂ। ਮਹਾਰਾਜ ਕਹਿੰਦੇ ਸੁਣੋ ਧਿਆਨ ਲਾ ਕੇ ਵੀ ਮੇਰੇ ਕੋਲ ਕਿਹੜਾ ਕਿਹੜਾ ਸ਼ਸਤਰ ਹੈ, ਧਿਆਨ ਰੱਖੋ। ਜ਼ਰੂਰੀ ਨਹੀਂ ਵੀ ਬਾਹਰੋਂ ਦਿਖਾ ਕੇ, ਮਹਾਰਾਜ ਨੇ ਅੰਦਰੋਂ ਵੀ ਛਤਰੀ ਬਣਾਇਆ, ਬਾਹਰੋਂ ਵੀ ਬਣਾਇਆ। ਬਾਣਾ ਤੇ ਬਾਣੀ ਦੇ ਰੰਗ ਵਿੱਚ ਕਿਉਂ ਰੰਗਿਆ? ਬਾਣਾ ਜਿਹੜਾ ਇਹ ਵੀ ਸ਼ਸਤਰ ਧਾਰੀ ਹੈ। ਮਹਾਰਾਜ ਕਹਿੰਦੇ ਬਾਣੀ ਇਹ ਵੀ ਤੁਹਾਡੇ ਵਾਸਤੇ ਸ਼ਸਤਰ ਹੀ ਹੈ। ਬਾਣੀ ਅੰਦਰ ਦੇ ਵੈਰੀਆਂ ਨੂੰ ਮਾਰਦੀ ਹੈ, ਜਿਹੜੇ ਅੰਦਰ ਦੁਸ਼ਮਣ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਹਨੂੰ ਕਿਹੜੀ ਤਲਵਾਰ ਨਾਲ ਮਾਰੋਗੇ? ਜਿਹੜੇ ਸਾਡੇ ਅੰਦਰ ਬੁਰਾਈਆਂ ਨੇ, ਜਿਹੜੇ ਅੰਦਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਦੁਸ਼ਮਣ ਨੇ, ਇਹਨੂੰ ਕਿਹੜੇ ਤੀਰ ਨਾਲ ਮਾਰੋਗੇ? ਅੰਦਰ ਤੀਰ ਕਿਵੇਂ ਮਾਰੋਗੇ? ਤਲਵਾਰ ਕਿਵੇਂ ਚਲਾਓਗੇ? ਇਹਦਾ ਮਤਲਬ ਬਾਣੀ ਦਾ ਸ਼ਸਤਰ ਵੀ ਚਾਹੀਦਾ ਸਾਡੇ ਕੋਲ। ਸਤਿਗੁਰੂ ਮਹਾਰਾਜ ਕਹਿੰਦੇ ਮੈਂ ਸੁਣਾਉਣਾ, ਧਿਆਨ ਲਾ ਕੇ ਸੁਣੋ ਜੀ। ਤੀਸਨ ਖੜਗ ਨਾਮ ਕਰਤਾਰਾ। ਮਹਾਰਾਜ ਕਹਿੰਦੇ ਤੀਛਨ ਖੜਗ, ਖੜਗ ਕਹਿੰਦੇ ਕਿਰਪਾਨ। ਜਿਹੜੀ ਮੇਰੇ ਕੋਲ ਕਿਰਪਾਨ ਹੈ ਨਾ ਤਿੱਖੀ ਧਾਰ ਵਾਲੀ, ਉਹ ਹੈ ਨਾਮ ਕਰਤਾਰਾ। ਜਿਹੜਾ ਪਰਮੇਸ਼ਵਰ ਦਾ ਨਾਮ ਹੈ ਇਹ ਮੇਰੇ ਲਈ ਖੜਗ, ਤਿੱਖੀ ਧਾਰ ਵਾਲੀ ਖੜਗ ਹੈ। ਸਤ ਸੰਗਤ ਹਿਤ ਧਨੁਖ ਸੋ ਪਾਰਾ। ਔਰ ਜਿਹੜਾ ਮੇਰੇ ਕੋਲ ਧਨੁਖ ਜਿਹਦੇ ਵਿੱਚ ਚਿੱਲੇ ਤੇ ਤੀਰ ਲਾ ਕੇ ਚਲਾਇਆ ਜਾਂਦਾ ਹੈ, ਕਹਿੰਦੇ ਆ ਜਿਹੜੀ ਸਤ ਸੰਗਤ ਹੈ ਨਾ ਇਹ ਧਨੁਖ ਹੈ ਜੀ। ਸਮਦਮ ਆਦਿਕ ਬਾਨ ਵਿਸਾਲਾ। ਔਰ ਜਿਹੜਾ ਕਹਿੰਦੇ ਨੇ ਅੰਦਰ ਪ੍ਰੇਮ ਹੈ ਨਾ ਪਰਮੇਸ਼ਵਰ ਦੇ ਨਾਮ ਦਾ, ਹਰ ਪ੍ਰੇਮ ਬਾਣੀ ਮਨ ਮਾਰਿਆ। ਅਣਿਆਲੇ ਅਣੀਆਂ ਰਾਮ ਰਾਜੇ, ਇਹ ਅਣਿਆਲੇ ਅਣੀਆਂ ਤੀਰ ਦੇ ਨਾਮ ਨੇ। ਕਹਿੰਦੇ ਨੇ
ਪ੍ਰੇਮ ਜਿਹੜਾ ਨਾ ਉਹ ਇੱਕ ਬਾਣ ਹੈ, ਸਤ ਸੰਗਤ ਤਨੁਖ ਹੈ ਤੇ ਤਿੱਖੀ ਧਾਰ ਵਾਲੀ ਖੜਗ ਉਹਦਾ ਨਾਮ ਹੈ। ਮ੍ਰਿਗ ਰੂਪੀ ਮਨ ਹੱਥ ਤਤਕਾਲਾ। ਆਹ ਜਿਹੜਾ ਤ੍ਰਿਸ਼ਨਾ ਰੂਪੀ ਹਿਰਨ ਵਿੱਚ ਕੀ ਹੈ, ਮਿਰਗ ਕਹਿੰਦੇ ਨੇ, ਉਹ ਮਿਰਗ ਰੂਪੀ ਜਿਹੜੀ ਮਨ ਦੀ ਤ੍ਰਿਸ਼ਨਾ ਸੀ ਨਾ, ਅਸੀਂ ਉਹ ਬਾਣ ਮਾਰ ਕੇ ਨਾ, ਤੀਰ ਮਾਰ ਕੇ ਉਸ ਮਿਰਗ ਨੂੰ ਖਤਮ ਕਰ ਦਿੱਤਾ ਹੈ। ਬ੍ਰਹਮ ਅਗਨ ਮੈਂ ਹੋਮ ਸੁ ਕਰਹੀ। ਸਾਡੇ ਕੋਲ ਆ ਬਾਹਰ ਦੀ ਅਗਨੀ ਨਹੀਂ, ਅੰਦਰ ਇੱਕ ਅਗਨੀ ਬ੍ਰਹਮ ਦੀ ਗਿਆਨ ਖੰਡ ਮੈਂ, ਗਿਆਨ ਪ੍ਰਚੰਡ ਵਾਲੀ ਅਗਨੀ ਹਰ ਵੇਲੇ ਅੰਦਰ ਬਲਦੀ ਹੈ। ਨਿਤਾ ਪ੍ਰਤ ਐਸੇ ਹਿਤ ਧਰਹੀ। ਸਭ ਕਹਿੰਦੇ ਅਸੀਂ ਬਾਹਰ ਦੇ ਇਹ ਕਰਮ ਕਾਂਡ ਦੇ ਜਾਲ ਵਿੱਚ ਨਹੀਂ ਫਸਦੇ, ਅਸੀਂ ਤੇ ਅੰਦਰੋਂ ਨਿਤ ਬ੍ਰਹਮ ਦੀ ਅਗਨੀ ਬਲ ਕੇ ਨਿਤ ਨਾਮ ਦਾ ਭੋਜਨ ਛਕਦੇ ਹਾਂ। ਸਾਡੇ ਲਈ ਸਾਰੇ ਦਿਨ ਚੰਗੇ ਨੇ, ਸਾਰੀਆਂ ਰੁੱਤਾਂ ਚੰਗੀਆਂ ਨੇ, ਮਹਾਂ ਦਿਵਸ ਮੂਰਤ ਭਲੇ, ਸਾਡੇ ਲਈ ਮਹੀਨੇ ਸਾਰੇ ਹੀ ਚੰਗੇ ਨੇ, ਕੋਈ ਘੜੀ ਕੋਈ ਦਿਨ ਕੋਈ ਪਲ ਮਾੜਾ ਨਹੀਂ ਹੈ, ਕਿਉਂਕਿ ਅਸੀਂ ਨਿਤ ਉੱਠ ਕੇ ਪਰਮੇਸ਼ਵਰ ਦੇ ਨਾਮ ਦਾ ਭੋਜਨ ਛਕਦੇ ਹਾਂ। ਕੋਈ ਐਸਾ ਦਿਨ ਨਹੀਂ ਜਦੋਂ ਅਸੀਂ ਨਾਮ ਦਾ ਭੋਜਨ ਨਹੀਂ ਛਕਦੇ। ਮਹਾਰਾਜ ਸਾਨੂੰ ਵੀ ਕਹਿੰਦੇ ਆ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਤੁਸੀਂ ਵੀ ਆਪਣੇ ਅੰਦਰ ਇਹ ਗਿਆਨ ਦੀ ਅਗਨੀ ਬਾਲ ਕੇ ਤੇ ਰੋਜ਼ ਨਾਮ ਦਾ ਸਿਮਰਨ ਕਰਕੇ ਨਿਤਨੇਮ ਕਰਕੇ ਇਹ ਭੋਜਨ ਛਕੋ, ਤਾਂ ਕਿ ਇਹ ਅੰਦਰ ਦੇ ਵੈਰੀ ਵੀ ਖਤਮ ਹੋ ਜਾਣ ਤੇ ਬਾਹਰੋਂ ਬਾਣੀ ਦੇ ਧਾਰਨੀ ਬਣ ਕੇ ਅਸੀਂ ਬਾਹਰੋਂ ਵੀ ਆਪਣੀ ਹਿਫਾਜ਼ਤ ਇਨਸਾਨੀਅਤ ਦੀ ਕਰ ਸਕੀਏ ਤੇ ਅੰਦਰੋਂ ਵੀ ਆਪਣੀ ਮਨੁੱਖਤਾ ਦੀ ਹਿਫਾਜ਼ਤ ਕਰ ਸਕੀਏ। ਉਹਦੇ ਲਈ ਮਹਾਰਾਜ ਨੇ ਸਾਨੂੰ ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗਿਆ ਹੈ। ਇੱਥੇ ਹਜੇ ਚਰਚਾ ਹੋ ਰਹੀ ਹੈ, ਗੁਰੂ ਸਾਹਿਬ ਮਹਾਰਾਜ ਨੇ ਸ਼ਬਦ ਵੀ ਇੱਥੇ ਉਚਾਰਨ ਕਰਨਾ ਹੈ ਇਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ। ਉਹ ਕਿਹੜਾ ਸ਼ਬਦ ਹੈ ਅਗਲੇਰੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕਰਾਂਗੇ। ਗੁਰੂ ਪਾਤਸ਼ਾਹ ਜੀ ਅੱਗੇ ਅਰਦਾਸ ਕਰੋ, ਜਿੰਨੇ ਵੀ ਆਪਾਂ ਗੁਰੂ ਸਾਹਿਬ ਦੇ ਦਰ ਤੇ ਆਏ ਆ, ਕਿ ਸਤਿਗੁਰੂ ਸਾਡੇ ਅੰਦਰ ਵੀ ਇਹ ਪ੍ਰੇਮਾ ਭਗਤੀ ਦਾ ਜਾਗ ਲਾ ਦਿਓ, ਤਾਂ ਕਿ ਅਸੀਂ ਵੀ ਨਾਮ ਦੇ ਰੰਗ ਵਿੱਚ ਰੰਗਿਆ ਆਪਣਾ ਜੀਵਨ ਲੇਖੇ ਵਿੱਚ ਲਾ ਸਕੀਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਹੇ, ਆਪਣੀ ਭਗਤੀ ਲਾਹੇ। ਫਿਰਤ ਫਿਰਤ ਪ੍ਰਭ ਆਇਆ, 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 ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ, ਪਰਿਆ ਤੋ ਸਰਨਾਏ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਇਹ ਅਰਦਾਸ ਕਰੀਏ ਤਾਂ ਕਿ ਸੱਚੇ ਨਾਮ ਸੱਚੀ ਬਾਣੀ ਦੇ ਰਾਹੀਂ ਸਾਡੇ ਮਨ ਵਿੱਚ ਪ੍ਰੇਮਾ ਭਗਤੀ ਦਾ ਜਾਗ ਲੱਗੇ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਫਿਰ ਇੱਕ ਵਾਰ ਬੇਨਤੀ ਕਰਦੇ ਹਾਂ ਕਿ ਅੰਗਰੇਜ਼ੀ ਮਹੀਨਿਆਂ ਦੇ ਮੁਤਾਬਕ ਜਨਵਰੀ ਤੋਂ ਦਸੰਬਰ ਤੱਕ ਦਾ ਸਫ਼ਰ ਹੈ, ਦੇਸੀ ਮਹੀਨਿਆਂ ਦੇ ਮੁਤਾਬਕ 12 ਮਾਹਾਂ ਦੀ ਆਰੰਭਤਾ ਕੱਲ ਸਵੇਰ ਦੇ ਦੀਵਾਨਾਂ ਵਿੱਚ ਹੋਣ ਜਾ ਰਹੀ ਹੈ। ਚੇਤ ਦਾ ਮਹੀਨਾ ਜੋ 12 ਮਾਹਾਂ ਦੇ ਮੁਤਾਬਕ ਆਰੰਭਤਾ ਹੋਣੀ ਹੈ, ਜੋ ਇੱਕ ਨਵੇਂ ਸੰਮਤ ਦੇ ਰੂਪ ਵਿੱਚ ਆਰੰਭਤਾ ਹੋਣੀ ਹੈ, ਜਿਹਨੂੰ ਆਪਾਂ ਨਵਾਂ ਸਾਲ ਵੀ ਕਹਿ ਸਕਦੇ ਹਾਂ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਇਹੀ ਅਰਦਾਸਾਂ ਕਰੋ ਕਿ ਮਹਾਰਾਜ ਸਮਾਂ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ, ਸਾਡੇ ਅੰਦਰ ਇਹ ਨਾਮ ਦੀ ਬਖਸ਼ਿਸ਼ ਵਰਤਦੀ ਰਹੇ। ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ, ਦਿਨ ਰਾਤ ਨਾਨਕ ਚਾਹੋ, ਇਹੋ ਦੀ ਅਵਸਥਾ ਬਣੀ ਰਹੇ। ਸਭਨਾਂ ਨੂੰ ਗੁਰੂ ਸਾਹਿਬ ਖੁਸ਼ੀਆਂ ਬਖਸ਼ਣ, ਨਾਮ ਬਾਣੀ ਦੇ ਰੰਗ ਵਿੱਚ ਰੰਗਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।